ਆ ਅਸੀਂ ਪਹੁੰਚ ਚੁੱਕੇ ਹਾਂ ਜੀ ਪ੍ਰਭੂ ਦੇ ਵਚਨ ਦੇ ਵਿੱਚ, ਔਰ ਅਸੀਂ 31ਵੇਂ ਭਾਵ ਦੇ ਜਰਮਾਇਆ ਦਾ 31ਵਾਂ ਭਾਵ 1185 ਪੰਨਾ ਔਰ 23 ਆਇਤ ਤੋਂ ਅਸੀਂ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਦੁਆਰਾ ਦੇਖਾਂਗੇ 23 ਤੋਂ ਲੈ ਕੇ ਪਹਿਲਾਂ 30 ਤੱਕ। ਜਿਸ ਨੂੰ ਮਿਲ ਜਾਏ ਉਹ ਪੜ੍ਹ। ਪਰਮੇਸ਼ਰ ਦੇ ਲੋਕਾਂ ਦੀ ਭਵਿੱਖ ਵਿਚਲੀ ਖੁਸ਼ਹਾਲੀ। ਇਸਰਾਇਲ ਦਾ ਪਰਮੇਸ਼ਰ ਸਭ ਸ਼ਕਤੀਮਾਨ ਪ੍ਰਭੂ ਕਹਿੰਦਾ ਹੈ, ਜਦੋਂ ਮੈਂ ਲੋਕਾਂ ਨੂੰ ਉਹਨਾਂ ਦੀ ਧਰਤੀ ਵਾਪਸ ਦੇਵਾਂਗਾ ਤਾਂ ਉਹ ਇੱਕ ਵਾਰ ਯਹੂਦਾ ਅਤੇ ਉਸਦੇ ਨਗਰਾਂ ਅਤੇ ਧਰਤੀ ਉੱਤੇ ਇਸ ਤਰ੍ਹਾਂ ਕਹਿਣਗੇ, ਪ੍ਰਭੂ ਆਪਣੇ ਪਵਿੱਤਰ ਨਿਵਾਸ ਯਰੂਸ਼ਲਮ ਦੇ ਪਵਿੱਤਰ ਪਹਾੜ ਨੂੰ ਅਸੀਸਤ ਕਰੇ। ਲੋਕ ਯਹੂਦਾ ਅਤੇ ਉਸਦੇ ਨਗਰਾਂ ਵਿੱਚ ਰਹਿਣਗੇ ਅਤੇ ਕਿਸਾਨ ਅਤੇ ਚਰਵਾਹੇ ਆਪਣੇ ਇੱਜ਼ਤ ਨਾਲ ਰਹਿਣਗੇ। ਮੈਂ ਥੱਕਿਆਂ ਨੂੰ ਤਰੋ-ਤਾਜ਼ਾ ਕਰਾਂਗਾ ਅਤੇ ਭੁੱਖਿਆਂ ਤੇ ਕਮਜ਼ੋਰਾਂ ਨੂੰ ਤ੍ਰਿਪਤ ਕਰਾਂਗਾ। ਤਦ ਲੋਕ ਕਹਿਣਗੇ, ਮੈਂ ਸੁੱਤਾ ਸਾਂ ਅਤੇ ਜਾਗਣ ਤੇ ਤਰੋ-ਤਾਜ਼ਾ ਸਾਂ। ਮੈਂ ਪ੍ਰਭੂ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਇਸਰਾਇਲ ਅਤੇ ਯਹੂਦਾ ਦੀ ਧਰਤੀ ਲੋਕਾਂ ਅਤੇ ਜਾਨਵਰਾਂ ਨਾਲ ਭਰ ਦੇਵਾਂਗਾ। ਜਿਸ ਤਰ੍ਹਾਂ ਮੈਂ ਉਹਨਾਂ ਨੂੰ ਪੁੱਟਿਆ, ਉਜਾੜਿਆ, ਨਾਸ਼ ਕੀਤਾ ਅਤੇ ਢਾਹਿਆ ਸੀ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਅਗਾਵਾਂ ਤੇ ਉਸਾਰਾਂਗਾ ਵੀ। ਜਦੋਂ ਉਹ ਸਮਾਂ ਆਵੇਗਾ ਤਾਂ ਲੋਕ ਫਿਰ ਇਸ ਤਰ੍ਹਾਂ ਨਹੀਂ ਕਹਿਣਗੇ, ਮਾਪਿਆਂ ਨੇ ਖੱਟੇ ਅੰਗੂਰ ਖਾਧੇ, ਪਰ ਖੱਟਾ ਸਵਾਦ ਮਿਲਿਆ ਬੱਚਿਆਂ ਨੂੰ। ਸਗੋਂ ਹਰ ਕੋਈ ਜੋ ਖੱਟੇ ਅੰਗੂਰ ਖਾਵੇਗਾ ਉਸਦੇ ਦੰਦ ਖੱਟੇ ਹੋਣਗੇ ਅਤੇ ਹਰ ਕੋਈ ਆਪਣੇ ਪਾਪ ਦੇ ਕਾਰਨ ਮਰੇਗਾ। ਪ੍ਰਭੂ ਕਹਿੰਦਾ ਹੈ, ਉਹ ਸਮਾਂ ਆ ਰਿਹਾ ਹੈ ਜਦੋਂ ਮੈਂ ਇਸਰਾਇਲ ਅਤੇ ਯਹੂਦਾ ਦੇ ਲੋਕਾਂ ਨਾਲ ਇੱਕ ਨਵਾਂ ਨੇਮ ਬੰਨਾਂਗਾ। ਤਦ ਇਹ ਨੇਮ ਉਸ ਪੁਰਾਣੇ ਨੇਮ ਦੀ ਤਰ੍ਹਾਂ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਉਸ ਸਮੇਂ ਬੰਨਿਆ ਸੀ, ਜਦੋਂ ਮੈਂ ਉਹਨਾਂ ਨੂੰ ਆਪ ਮਿਸਰ ਦੇਸ਼ ਤੋਂ ਬਾਹਰ ਲੈ ਕੇ ਆਇਆ ਸਾਂ। ਬੇਸ਼ੱਕ ਮੇਰਾ ਉਹਨਾਂ ਦੇ ਨਾਲ ਪਤੀ ਵਰਗਾ ਸੰਬੰਧ ਸੀ, ਪਰ ਉਹਨਾਂ ਫਿਰ ਵੀ ਉਸ ਨੇਮ ਦੀ ਪਾਲਣਾ ਨਹੀਂ ਕੀਤੀ ਸੀ। ਨਵਾਂ ਨੇਮ ਜੋ ਮੈਂ ਇਸਰਾਇਲ ਦੇ ਲੋਕਾਂ ਨਾਲ ਬੰਨਾਂਗਾ ਉਹ ਇਹ ਹੈ, ਮੈਂ ਆਪਣਾ ਨਿਯਮ ਉਹਨਾਂ ਦੇ ਅੰਦਰ ਪਾਵਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਫਿਰ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ। ਤਦ ਉਹ ਇੱਕ ਦੂਜੇ ਨੂੰ ਮੇਰੇ ਬਾਰੇ ਇਹ ਕਹਿ ਕੇ ਨਹੀਂ ਸਿਖਾਉਣਗੇ, ਪ੍ਰਭੂ ਨੂੰ ਜਾਣ, ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਮੈਨੂੰ ਜਾਣਨਗੇ। ਮੈਂ ਉਹਨਾਂ ਦੇ ਪਾਪ ਮਾਫ ਕਰ ਦੇਵਾਂਗਾ ਅਤੇ ਮੈਂ ਉਹਨਾਂ ਦੇ ਅਪਰਾਧ ਯਾਦ ਨਹੀਂ ਕਰਾਂਗਾ। ਮੈਂ ਪ੍ਰਭੂ ਨੇ ਇਹ ਕਿਹਾ ਹੈ। ਪ੍ਰਭੂ ਹਰ ਦਿਨ ਸੂਰਜ ਨੂੰ ਚਾਨਣ ਦਿੰਦਾ ਹੈ, ਉਹੀ ਰਾਤ ਦੇ ਵੇਲੇ ਚੰਦਰਮਾ ਤੇ ਤਾਰਿਆਂ ਨੂੰ ਚਮਕਾਉਂਦਾ ਹੈ। ਉਹ ਸਮੁੰਦਰ ਨੂੰ ਹਿਲਾ ਕੇ ਉਸ ਵਿੱਚ ਗਰਜ ਪੈਦਾ ਕਰਦਾ ਹੈ। ਉਸ ਦਾ ਨਾਂ ਸਵਰਗ ਸ਼ਕਤੀਮਾਨ ਪ੍ਰਭੂ ਹੈ। ਉਸ ਦਾ ਬਚਨ ਹੈ ਕਿ ਜਦੋਂ ਤੱਕ ਪ੍ਰਕਿਰਤੀ ਦੇ ਨਿਯਮ ਚਾਲੂ ਰਹਿਣਗੇ, ਇਸਰਾਇਲ ਕੌਮ ਦੀ ਹੋਂਦ ਵੀ ਰਹੇਗੀ। ਜੇਕਰ ਕਿਸੇ ਦਿਨ ਆਕਾਸ਼ ਦੀ ਮਿਣਤੀ ਕੋਈ ਕਰੇ ਅਤੇ ਧਰਤੀ ਦੀ ਨੀਂਹ ਦੀ ਡੂੰਘਾਈ ਜਾਣ ਸਕੇ, ਤਾਂ ਮੈਂ ਇਸਰਾਇਲ ਕੌਮ ਦੇ ਲੋਕਾਂ ਨੂੰ ਰੱਦ ਦੇਵਾਂਗਾ। ਪ੍ਰਭੂ ਨੇ ਇਹ ਕਿਹਾ ਹੈ। ਪ੍ਰਭੂ ਕਹਿੰਦਾ ਹੈ, ਇੱਕ ਸਮਾਂ ਆ ਰਿਹਾ ਹੈ ਜਦੋਂ ਯਰੂਸ਼ਲਮ ਸ਼ਹਿਰ ਹਨਨੀਅਲ ਦੇ ਬੁਰਜ ਤੋਂ ਲੈ ਕੇ ਨੁੱਕਰ ਦੇ ਫਾਟਕ ਤੱਕ ਮੇਰਾ ਸ਼ਹਿਰ ਕਰਕੇ ਦੁਬਾਰਾ ਉਸਾਰਿਆ ਜਾਵੇਗਾ। ਉਸ ਦੀ ਹੱਦ ਪੱਛਮੀ ਪਾਸੇ ਤੋਂ ਲੈ ਕੇ ਗਾਰੇਬ ਦੀ ਪਹਾੜੀ ਤੋਂ ਹੁੰਦੀ ਹੋਈ ਗੋਆ ਦੇ ਚਾਰੇ ਪਾਸੇ ਤੱਕ ਜਾਵੇਗੀ। ਉਹ ਸਾਰੀ ਵਾਦੀ ਜਿਸ ਵਿੱਚ ਮੁਰਦੇ ਦਫਨਾਏ ਜਾਂਦੇ ਅਤੇ ਰੂੜੀ ਸੁੱਟੀ ਜਾਂਦੀ ਹੈ ਅਤੇ ਕਿਦਰੋਨ ਨਾਲੇ ਦੇ ਲਾਗੇ ਦੇ ਸਾਰੇ ਖੇਤ ਪੂਰਬ ਤੱਕ ਘੋੜੇ ਫਾਟਕ ਦਾ ਸਾਰਾ ਇਲਾਕਾ ਮੇਰੇ ਲਈ ਪਵਿੱਤਰ ਠਹਿਰੇਗਾ। ਉਹ ਫਿਰ ਕਦੀ ਅੱਗੇ ਤੋਂ ਨਾ ਢਾਇਆ ਅਤੇ ਨਾ ਹੀ ਨਾਸ਼ ਕੀਤਾ ਜਾਵੇਗਾ। ਆਮੀਨ। ਇਸ ਤੇ ਅਸੀਂ 3 ਮੇਨ ਹਿੱਸੇ ਆ ਜਿਹੜੇ ਅਸੀਂ ਦੇਖਾਂਗੇ। ਪਹਿਲਾ ਜਿਹੜਾ ਹਿੱਸਾ ਹੈ ਉਹ 30 ਆਇਤ ਤੱਕ। ਜਿਸ ਵੇਲੇ ਅਸੀਂ 30 ਆਇਤ ਤੱਕ ਪ੍ਰਭੂ ਦੇ ਇਸ ਵਚਨ ਨੂੰ ਦੇਖਦੇ ਹਾਂ ਤਾਂ ਉਹ ਇੱਕ ਨਵਾਂ ਪਨ ਪ੍ਰਭੂ ਲੋਕਾਂ ਨੂੰ ਦਿਖਾ ਰਿਹਾ ਜਿਹੜੇ ਉਸਦੇ ਆਗਿਆਕਾਰੀ ਆ, ਕਿ ਮੈਂ ਤੁਹਾਡੇ ਉੱਤੇ ਕਿਰਪਾ ਕਰਾਂਗਾ। ਤੁਸੀਂ ਇੱਕ ਨਵੀਂ ਸਵੇਰ ਨੂੰ ਜਿਸ ਤਰ੍ਹਾਂ ਇਨਸਾਨ ਤਰੋ ਤਾਜ਼ਾ ਹੋ ਕੇ ਉੱਠਦਾ, ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਮਹਿਸੂਸ ਕਰੋਗੇ ਕਿ ਤੁਸੀਂ ਮੇਰੇ ਵਿੱਚ ਇੱਕ ਨਵੀਂ ਤਾਜ਼ਗੀ ਮਹਿਸੂਸ ਕਰੋਗੇ, ਇੱਕ ਨਵਾਂ ਪਨ ਮਹਿਸੂਸ ਕਰੋਗੇ। ਔਰ ਫਿਰ ਉਹ ਪ੍ਰਭੂ ਇਹ ਕਹਿ ਰਿਹਾ ਕਿ ਮੈਂ ਤੁਹਾਡਿਆਂ ਪੁਰਖਿਆਂ ਦੇ ਗੁਨਾਹ ਤੁਹਾਡੇ ਉੱਤੇ ਨਹੀਂ ਲਾਉਂਗਾ। ਕਿਹੜੇ ਪੁਰਖੇ? ਜਿਹੜੇ ਪਿੱਛੇ ਸੀਗੇ, ਜਿਹੜੇ ਪਿੱਛੇ ਰਹਿ ਗਏ ਆ, ਮੈਂ ਉਹਨਾਂ ਦੇ ਗੁਨਾਹ ਤੁਹਾਡੇ ਉੱਤੇ ਨਹੀਂ ਲਾਉਂਗਾ। ਕਿਹਨਾਂ ਨੂੰ ਕਹਿ ਰਿਹਾ? ਬਾਬਲ ਦੇ ਲੋਕਾਂ ਨੂੰ ਕਹਿ ਰਿਹਾ। ਬਾਬਲ ਦੇ ਵਿੱਚ ਜਿਹੜੇ ਪ੍ਰਭੂ ਦੇ ਲੋਕ, ਯਾਨੀ ਕਿ ਡਾਨੀਅਲ ਤੇ ਬਾਕੀ ਦੀ ਕੰਪਨੀ, ਹਿਜ਼ਕੀਏਲ ਤੇ ਬਾਕੀ ਦੀ ਕੰਪਨੀ ਜਿਹੜੀ ਉਧਰ ਵਸਦੀ ਪਈ ਆ, ਉਹਨਾਂ ਨੂੰ ਪ੍ਰਭੂ ਇਹ ਕਹਿ ਰਿਹਾ ਕਿ ਤੁਹਾਡਿਆਂ ਪੁਰਖਿਆਂ ਨੇ ਜੋ ਯਹੂਦਾ ਤੇ ਇਸਰਾਇਲ ਦੇ ਵਿੱਚ ਰਹਿ ਕੇ ਗੁਨਾਹ ਕੀਤੇ ਆ, ਉਹਨਾਂ ਦੀ ਸਜ਼ਾ ਮੈਂ ਤੁਹਾਨੂੰ ਨਹੀਂ ਦਊਂਗਾ।
ਸੋ ਲੋਕ ਇਹ ਨਹੀਂ ਕਹਿਣਗੇ ਕਿ ਮਾਪਿਆਂ ਨੇ ਖੱਟੇ ਅੰਗੂਰ ਬੀਜੇ ਔਰ ਜਿਹੜੇ ਦੰਦ ਖੱਟੇ ਹੋਏ ਬੱਚਿਆਂ ਦੇ। ਇਸ ਤਰ੍ਹਾਂ ਨਹੀਂ ਕੋਈ ਕਹੇਗਾ। ਜਿਹੜਾ ਗੁਨਾਹ ਤੁਹਾਡੇ ਵਿੱਚੋਂ ਕਰੇਗਾ ਉਸ ਨੂੰ ਸਜ਼ਾ ਮਿਲੇਗੀ। ਤੁਹਾਡੀ ਸਜ਼ਾ ਤੁਹਾਨੂੰ ਹੀ ਮਿਲੇਗੀ ਔਰ ਤੁਹਾਡੀ ਬਰਕਤ ਤੁਹਾਨੂੰ ਹੀ ਮਿਲੇਗੀ ਜੋ ਅਗਰ ਤੁਸੀਂ ਮੇਰੇ ਆਗਿਆਕਾਰੀ ਰਹਿ ਕੇ ਚੱਲੋਗੇ। ਔਰ ਫਿਰ ਉਸ ਤੋਂ ਬਾਅਦ ਪ੍ਰਭੂ ਇਹ ਕਹਿ ਰਿਹਾ ਕਿ ਮੈਂ ਇੱਕ ਨਵਾਂ ਕੰਮ ਪ੍ਰਭੂ ਕਹਿ ਰਿਹਾ ਕਿ ਮੈਂ ਇੱਕ ਨਵਾਂ ਕੰਮ ਕਰੂੰਗਾ। ਅੱਗੇ ਜਿਹੜੇ ਮੈਂ ਤੁਹਾਨੂੰ ਹੁਕਮ ਦਿੱਤੇ ਸੀ ਉਹ ਪੱਥਰ ਦੇ ਉੱਤੇ ਲਿਖੇ ਸੀ ਜੋ ਮੂਸਾ ਦੇ ਰਾਹੀਂ ਮਿਲੇ ਸੀ। ਹੁਣ ਮੈਂ ਤੁਹਾਡੇ ਦਿਲ ਨਾਲ ਗੱਲ, ਹੁਣ ਜਿਹੜਾ ਮੈਂ ਨਿਯਮ ਦਊਂਗਾ ਤੁਹਾਡੇ ਦਿਲ ਦੇ ਉੱਤੇ ਲਿਖਿਆ ਹੋਗਾ ਔਰ ਤੁਸੀਂ ਮੇਰੇ ਆਗਿਆਕਾਰੀ ਬਣ ਕੇ ਰਹੋਗੇ। ਔਰ ਜਿਹੜੀ ਖਾਸ ਚੀਜ਼ ਆ ਇਸ ਦੇ ਵਿੱਚ ਕਿ ਅਗਰ ਅਸੀਂ ਇਸ ਦਾ ਜਰਮਿਆ ਨਬੀ ਦੇ ਇਸ ਹਿੱਸੇ ਨੂੰ ਪੜ੍ਹੀਏ ਔਰ ਇਸ ਦੇ ਨਾਲ ਅਗਰ ਅਸੀਂ ਜਿਹੜਾ ਇਜ਼ੀਕੀਅਲ ਨਬੀ ਆ ਉਸਦੇ 36ਵੇਂ ਭਾਗ, ਈਵਨ ਦੋ ਕਿ ਇਜ਼ੀਕੀਅਲ ਦੂਸਰੇ ਪਾਸੇ ਬੈਠਾ ਹੈ, ਉਹ ਬਾਬਲ ਚ ਆਇਆ ਸੀ। ਜਿਸ ਤਰ੍ਹਾਂ ਦਾਨੀਅਲ ਜਿਹੜਾ ਆ ਉਹ ਰਾਜ ਦਰਬਾਰ ਦੇ ਵਿੱਚ ਆ। ਦਾਨੀਅਲ ਤੇ ਉਸਦੇ ਮਿੱਤਰ ਜਿਹੜੇ ਆ ਉਹ ਰਾਜ ਦਰਬਾਰ ਦੇ ਅੰਦਰ, ਉਹ ਆਮ ਲੋਕਾਂ ਦੇ ਵਿੱਚ ਨਹੀਂ ਗਏ। ਪ੍ਰਭੂ ਨੇ ਹਮੇਸ਼ਾ, ਜਿਸ ਲਈ ਵੀ ਅਸੀਂ ਨਬੀਆਂ ਦੀ ਪੋਥੀ ਪੜ੍ਹਦੇ ਹਾਂ, ਪ੍ਰਭੂ ਨੇ ਹਮੇਸ਼ਾ ਨਬੀ ਰਾਜ ਦਰਬਾਰ ਦੇ ਵਿੱਚ ਵੀ ਰੱਖੇ ਔਰ ਪ੍ਰਭੂ ਨੇ ਹਮੇਸ਼ਾ ਜਿਹੜੇ ਨਬੀ ਸੀ ਉਹ ਆਮ ਲੋਕਾਂ ਦੇ ਲਈ ਵੀ ਰੱਖੇ। ਠੀਕ, ਸੋ ਉਧਰਲੇ ਪਾਸੇ ਜਿਹੜਾ ਨਬੀ ਆ ਉਹ ਆਮ ਲੋਕਾਂ ਦੇ ਵਿੱਚ ਜਿਹੜਾ ਨਬੀ ਆ ਉਹ ਇਜ਼ੀਕੀਅਲ ਆ, ਹਿਜ਼ਕੀਅਲ ਨਬੀ, ਜਿਹੜਾ ਉਹਨਾਂ ਨੂੰ ਇਹ ਜੋ ਪ੍ਰਭੂ ਦੇ ਵੱਲੋਂ ਉਸ ਨੂੰ ਪ੍ਰਾਪਤ ਹੋ ਰਿਹਾ ਉਹ ਦੱਸਦਾ ਪਿਆ। ਔਰ ਇੱਥੇ ਪ੍ਰਭੂ ਉਹਨਾਂ ਨੂੰ ਇਹ ਕਹਿ ਰਿਹਾ ਕਿ ਮੈਂ ਨਿਯਮਾਂ ਨੂੰ ਤੁਹਾਡੇ ਅੰਦਰ ਪਾਵਾਂਗਾ, ਤੁਹਾਡੀਆਂ ਦਿਲਾਂ ਦੇ ਉੱਤੇ ਲਿਖਾਂਗਾ ਔਰ ਕੋਈ ਵੀ ਇੱਕ ਦੂਜੇ ਨੂੰ ਇਹ ਨਹੀਂ ਸਿਖਾਏਗਾ ਕਿ ਤੂੰ ਪ੍ਰਭੂ ਦੇ ਪਿੱਛੇ ਚੱਲ, ਕਿਉਂਕਿ ਹਰ ਇਨਸਾਨ ਨੂੰ ਪਤਾ ਹੋਏਗਾ ਜਦ ਮੈਂ ਇਹ ਕੰਮ ਕਰੂੰਗਾ। ਔਰ ਸਾਨੂੰ ਪਤਾ ਹੈ ਕਿ ਮਸੀਹ ਦੇ ਆਉਣ ਦੇ ਬਾਰੇ ਦੀ ਗੱਲ ਹੋ ਰਹੀ ਹੈ, ਸਾਨੂੰ ਪਤਾ ਆ ਕਿ ਪਵਿੱਤਰ ਆਤਮਾ ਦੀ ਗੱਲ ਹੋ ਰਹੀ ਹੈ, ਰਾਈਟ। ਔਰ ਇਸੇ ਤਰ੍ਹਾਂ ਅਗਰ ਅਸੀਂ ਇੱਥੋਂ ਹਿਜ਼ਕੀਅਲ ਨਬੀ ਜਿਹੜਾ ਇਸ ਤੋਂ ਅਗਲੀ ਪੋਥੀ ਆ ਉਸ ਦੇ ਵਿੱਚ ਜਾਈਏ, ਪੰਨਾ 1292, ਅਸੀਂ ਸਾਰਾ ਤਾਂ ਨਹੀਂ ਪੜਾਂਗੇ ਪਰ ਜੇ ਤੁਸੀਂ ਉੱਥੇ ਲਿਖਣਾ ਮੰਗਦੇ ਹੋ ਤਾਂ ਤੁਸੀਂ ਲਿਖ ਸਕਦੇ ਆ ਕਿ Ezekiel chapter 36 from 16 verse 16 to 38 ਤੁਸੀਂ ਇਹ ਲਿਖ ਸਕਦੇ। ਲੇਕਿਨ ਅਸੀਂ ਥੋੜਾ ਜਿਹਾ ਹਿੱਸਾ ਪੜਾਂਗੇ ਕਿਉਂਕਿ Ezekiel ਦੇ ਵਿੱਚ ਜਾ ਕੇ ਵੀ ਅਸੀਂ ਇਸ ਸਾਰੀ ਚੀਜ਼ ਨੂੰ ਦੁਬਾਰਾ ਪੜਨਾ। ਔਰ ਜਿਸ ਲਈ Ezekiel ਦੇ ਵਿੱਚ ਆਉਣੇ ਆ ਤਾਂ ਅਸੀਂ ਇਸ ਦੀਆਂ 22 ਆਇਤ ਤੋਂ ਲੈ ਕੇ ਇਸ ਦੀ 29 ਆਇਤ ਤੱਕ ਪੜਾਂਗੇ। ਇਹ ਚੈਪਟਰ ਹੈਗਾ ਜੀ 36ਵਾਂ, ਉਸ ਦੀ 22 ਆਇਤ ਤੋਂ ਲੈ ਕੇ ਤਾਂ ਉਸ ਦੀ 29 ਆਇਤ ਤੱਕ ਤੁਹਾਨੂੰ ਸੇਮ ਚੀਜ਼। ਮੈਂ ਪੜ੍ਹਦੇ ਮਾਸਟਰ। ਹਾਂਜੀ ਹਾਂਜੀ, ਇਸ ਲਈ ਤੂੰ ਇਜ਼ਰਾਈਲੀ ਲੋਕਾਂ ਨੂੰ ਇਹ ਸੰਦੇਸ਼ ਦੇ ਜੋ ਮੈਂ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਦੇ ਰਿਹਾ ਹਾਂ, ਜੋ ਮੈਂ ਕਰਨ ਜਾ ਰਿਹਾ ਹਾਂ ਉਹ ਇਜ਼ਰਾਈਲੀ ਲੋਕਾਂ ਲਈ ਨਹੀਂ ਹੈ, ਸਗੋਂ ਮੈਂ ਆਪਣੇ ਪਵਿੱਤਰ ਨਾਂ ਲਈ ਕਰ ਰਿਹਾ ਹਾਂ, ਜਿਸ ਨੂੰ ਤੁਸੀਂ ਹਰ ਦੇਸ਼ ਵਿੱਚ ਅਪਮਾਨਿਤ ਕੀਤਾ, ਜਿੱਥੇ ਵੀ ਤੁਸੀਂ ਗਏ ਸੋ। ਜਦੋਂ ਮੈਂ ਉਸ ਦੀ ਪਵਿੱਤਰਤਾ ਨੂੰ ਕੌਮਾਂ ਤੇ ਪ੍ਰਗਟ ਕਰਾਂਗਾ ਜਿਸ ਨੂੰ ਤੁਸੀਂ ਅਪਮਾਨਿਤ ਕੀਤਾ ਸੀ, ਤਾਂ ਉਹ ਜਾਣਨਗੇ ਕਿ ਮੈਂ ਪ੍ਰਭੂ ਹਾਂ। ਮੈਂ ਪ੍ਰਭੂ ਪਰਮੇਸ਼ਰ ਨੇ ਇਹ ਕਿਹਾ ਹੈ, ਮੈਂ ਤੁਹਾਡੀ ਵਰਤੋਂ ਉਹਨਾਂ ਲੋਕਾਂ ਸਾਹਮਣੇ ਇਹ ਪ੍ਰਗਟ ਕਰਨ ਲਈ ਕਰਾਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੁਹਾਨੂੰ ਹਰ ਧਰਤੀ ਅਤੇ ਦੇਸ਼ ਤੋਂ ਵਾਪਸ ਤੁਹਾਡੀ ਆਪਣੀ ਧਰਤੀ ਉੱਤੇ ਲਿਆਵਾਂਗਾ। ਮੈਂ ਤੁਹਾਡੇ ਉੱਤੇ ਪਵਿੱਤਰ ਪਾਣੀ ਛਿੜਕ ਕੇ ਤੁਹਾਨੂੰ ਤੁਹਾਡੇ ਸਭ ਬੁੱਤਾਂ ਅਤੇ ਬਾਕੀ ਸਭ ਚੀਜ਼ਾਂ ਤੋਂ ਜਿਨ੍ਹਾਂ ਤੁਹਾਨੂੰ ਅਸ਼ੁੱਧ ਕੀਤਾ, ਸ਼ੁੱਧ ਕਰਾਂਗਾ। ਮੈਂ ਤੁਹਾਨੂੰ ਨਵਾਂ ਮਨ ਅਤੇ ਦਿਲ ਦੇਵਾਂਗਾ
ਮੈਂ ਤੁਹਾਡਾ ਪੱਥਰ ਵਰਗਾ ਦਿਲ ਕੱਢ ਕੇ ਉਸ ਦੀ ਥਾਂ ਆਗਿਆਕਾਰੀ ਦਿਲ ਪਾ ਦੇਵਾਂਗਾ। ਮੈਂ ਤੁਹਾਡੇ ਅੰਦਰ ਆਪਣਾ ਆਤਮਾ ਘੱਲਾਂਗਾ ਤਾਂ ਜੋ ਤੁਸੀਂ ਮੇਰੀਆਂ ਤੁਹਾਨੂੰ ਦਿੱਤੀਆਂ ਵਿਧੀਆਂ ਤੇ ਨਿਯਮਾਂ ਦੀ ਪਾਲਣਾ ਕਰੋ। ਤਾਂ ਤੁਸੀਂ ਉਸ ਧਰਤੀ ਉੱਤੇ ਰਹੋਗੇ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਲੋਕ ਹੋਵੋਗੇ ਤੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ। ਮੈਂ ਤੁਹਾਨੂੰ ਉਸ ਹਰ ਚੀਜ਼ ਤੋਂ ਬਚਾਵਾਂਗਾ ਜੋ ਤੁਹਾਨੂੰ ਅਸ਼ੁੱਧ ਕਰਦੀ ਹੈ। ਮੈਂ ਤੁਹਾਡੀ ਫਸਲ ਨੂੰ ਸੰਘਣਾ ਕਰਾਂਗਾ ਤਾਂ ਜੋ ਤੁਹਾਨੂੰ ਅੱਗੇ ਤੋਂ ਅਕਾਲ ਦਾ ਮੂੰਹ ਨਾ ਦੇਖਣਾ ਪਵੇ। ਬਸ ਇੱਥੇ ਠੀਕ ਹੈ। ਹੁਣ ਅਗਰ ਅਸੀਂ ਇਸ ਨੂੰ ਦੇਖੀਏ, ਇਸ ਹਿੱਸੇ ਨੂੰ ਦੇਖੀਏ, ਤਾਂ ਅਸੀਂ ਇਹ ਦੇਖਦੇ ਪਏ ਹਾਂ ਕਿ ਇਹ ਬੇਸਿਕਲੀ ਦੂਸਰੇ ਦੇਸ਼ ਵਿੱਚ ਜਿਹੜੇ ਬਾਬਲ ਦੇ ਵਿੱਚ ਬੈਠਾ ਉਹ ਬੰਦਾ ਲਿਖਦਾ ਪਿਆ, ਉਹ ਨਬੀ ਲਿਖਦਾ ਪਿਆ, ਹਿਜ਼ਕੀਲ ਨਬੀ ਲਿਖਦਾ ਪਿਆ, ਜੋ ਇੱਧਰ ਨਹੀਂ ਹੈਗਾ। ਦੋ ਨਬੀ ਕਦੀ ਆਪਣੇ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ, ਠੀਕ। ਔਰ ਇਧਰਲੇ ਪਾਸੇ ਜਰਮਾਇਆ ਇਹ ਚੀਜ਼ ਲਿਖਦਾ ਪਿਆ ਕਿ ਪ੍ਰਭੂ ਇੱਕ ਨਵਾਂ ਕੰਮ ਕਰੇਗਾ। ਪ੍ਰਭੂ ਨੇ ਕਿਹਾ ਕਿ ਮੈਂ ਇੱਕ ਨਵਾਂ ਕੰਮ ਕਰੂੰਗਾ। ਇੱਥੋਂ ਸਾਨੂੰ ਇਸ ਨੂੰ ਕਿਹਾ ਜਾਂਦਾ ਦ ਯੂਨਿਟੀ ਇਨ ਦ ਵਰਡ ਆਫ ਗਾਡ, ਪ੍ਰਭੂ ਦੇ ਸ਼ਬਦ ਦੇ ਵਿੱਚ ਏਕਤਾ। ਇਹ ਸਾਨੂੰ ਦਿਖਾਈ ਦਿੰਦੀ ਪਈ ਹੈ ਕਿ ਉਹੀ ਪ੍ਰਭੂ ਦਾ ਜਿਹੜਾ ਵਚਨ ਉਹੀ ਸੇਮ ਇੱਥੇ ਆ ਔਰ ਸੇਮ ਇੱਥੇ ਆ। ਸਿਰਫ ਫਰਕ ਇੰਨਾ ਆ ਕਿ ਇੱਥੇ ਸਾਨੂੰ 31 ਆਇਤ ਤੋਂ ਲੈ ਕੇ 34 4 ਆਇਤਾਂ ਦੇ ਵਿੱਚ ਦਿੱਤਾ ਗਿਆ, ਔਰ ਉੱਥੇ ਪੂਰੇ ਦਾ ਪੂਰਾ ਚੈਪਟਰ ਹੈ ਇਸ ਦੇ ਬਾਰੇ। ਉਸਨੂੰ ਖੋਲ ਕੇ ਉਹਨਾਂ ਲੋਕਾਂ ਦੇ ਬਾਰੇ ਨੂੰ ਦੱਸਦਾ ਪਿਆ। ਕਾਰਨ ਇਹ ਆ ਕਿ ਜਿਸ ਵੇਲੇ ਇਹ ਲੋਕ ਜਿਹੜੇ ਦੂਰ ਦੂਰ ਤੱਕ ਜਾ ਕੇ ਵਸਾਏ ਗਏ ਆ, ਫਿਰ ਪ੍ਰਭੂ ਬੁੱਤਾਂ ਦੀ ਗੱਲ ਉੱਥੇ ਕਿਉਂ ਕਰਦਾ ਪਿਆ? ਉਸਦਾ ਇੱਕ ਕਾਰਨ ਆ। ਉਸਦਾ ਕਾਰਨ ਇਹ ਆ ਕਿ ਜਿਸਲੇ ਇਹ ਆਪਣੀ ਧਰਤੀ ਦੇ ਉੱਤੇ ਰਹਿੰਦੇ ਸੀਗੇ ਤਾਂ ਇਹਨਾਂ ਦੇ ਕੋਲ ਪੂਰੀ ਸੁਤੰਤਰਤਾ ਸੀ, ਪੂਰਾ ਇੰਡੀਪੈਂਡੈਂਟ ਸੀਗੇ। ਇਹਨਾਂ ਕੋਲ ਇਹਨਾਂ ਦੇ ਉੱਤੇ ਕੋਈ ਮਜਬੂਰੀ ਨਹੀਂ ਸੀ, ਸਿਰਫ ਇਹਨਾਂ ਦੀ ਮਰਜ਼ੀ ਸੀ ਕਿ ਇਹਨਾਂ ਨੇ ਪ੍ਰਭੂ ਦੇ ਪਿੱਛੇ ਚੱਲਣਾ ਤੇ ਇਹਨਾਂ ਨੇ ਬੁੱਤਾਂ ਦੇ ਪਿੱਛੇ ਚੱਲਣਾ। ਹੁਣ ਜਿਨ੍ਹਾਂ ਧਰਤੀਆਂ ਦੇ ਉੱਤੇ ਜਾ ਕੇ ਇਹ ਬਸੇ ਆ, ਜਿੱਥੋਂ ਪ੍ਰਭੂ ਨੇ ਇੱਥੋਂ ਘੱਲੇ ਆ, ਉੱਥੇ ਇਹਨਾਂ ਦੀ ਮਜਬੂਰੀ ਆ, ਉੱਥੇ ਮਰਜ਼ੀ ਹੈ ਨਹੀਂ। ਸੋ ਪ੍ਰਭੂ ਨੇ ਇਹ ਦਿਖਾਇਆ ਇਹਨਾਂ ਨੂੰ ਕਿ ਮਜਬੂਰੀ ਹੁੰਦੀ ਕੀ ਆ। ਸੋ ਉਸਨੇ ਕਿਹਾ ਕਿ ਹਾਂ, ਹੁਣ ਤੁਹਾਨੂੰ ਮਜਬੂਰੀ ਦੇ ਵਿੱਚ ਇਹ ਸਭ ਕੁਝ ਕਰਨਾ ਪਿਆ, ਠੀਕ। ਲੇਕਿਨ ਹੁਣ ਤੁਸੀਂ ਇਸ ਚੀਜ਼ ਨੂੰ ਚੇਤਾ ਰੱਖਿਓ ਕਿ ਹੁਣ ਮੈਂ ਜਿਸਲੇ ਤੁਹਾਨੂੰ ਇੱਥੋਂ ਲੈ ਕੇ ਜਾਊਂਗਾ ਤੇ ਮੈਂ ਤੁਹਾਨੂੰ ਧੋਊਂਗਾ, ਮੈਂ ਤੁਹਾਨੂੰ ਸਾਫ਼ ਕਰੂੰਗਾ, ਮੈਂ ਤੁਹਾਨੂੰ ਇੱਕ ਨਵਾਂ ਮਨ ਦਊਂਗਾ, ਮੈਂ ਤੁਹਾਨੂੰ ਇੱਕ ਨਵਾਂ ਆਤਮਾ ਦਊਂਗਾ, ਔਰ ਫਿਰ ਉਸ ਆਤਮਾ ਦੇ ਨਾਲ ਤੁਸੀਂ ਮੇਰੀ ਉਪਾਸਨਾ ਕਰੋਗੇ। ਇਹੋ ਚੀਜ਼ ਜਰਮਾਇਆ ਕਹਿ ਰਿਹਾ। ਫਰਕ ਸਿਰਫ ਇੰਨਾ ਕਿ ਜਰਮਾਇਆ ਇਧਰੋਂ ਚਿੱਠੀ ਉਧਰ ਲਿਖਦਾ ਪਿਆ, ਔਰ ਉਹ ਉਸ ਨੂੰ ਪ੍ਰਭੂ ਦੇ ਰਿਹਾ, ਔਰ ਕੁਛ ਇੱਕ ਚੀਜ਼ਾਂ ਪ੍ਰਭੂ ਦੇ ਰਿਹਾ ਜਿਹੜੀਆਂ ਉਹ ਉਧਰੋਂ ਇਧਰ ਨੂੰ ਘੱਲਦਾ ਪਿਆ। ਕਿਉਂਕਿ ਅਸੀਂ ਹਿਜ਼ਕੀਲ ਨਬੀ ਦੇ ਵਿੱਚ ਬਹੁਤ ਜਲਦੀ ਅਸੀਂ ਪਹੁੰਚ ਜਾਣਾ, ਔਰ ਅਸੀਂ ਉੱਥੇ ਜਾ ਕੇ ਵੀ ਇਹਨਾਂ ਚੀਜ਼ਾਂ ਨੂੰ ਦੇਖਣਾ। ਔਰ ਫਿਰ 35 ਆਇਤ ਤੋਂ ਅਸੀਂ ਜਿਸਲੇ ਇਸ ਦੇ ਐਂਡ ਤੱਕ ਜਾਣੇ ਤਾਂ ਉੱਥੇ ਪ੍ਰਭੂ ਨੇ ਜਿਸ ਤਰ੍ਹਾਂ ਦੱਸਿਆ ਸਭ ਤੋਂ ਪਹਿਲਾਂ ਕਿ ਪ੍ਰਭੂ ਹਰ ਦਿਨ ਜੇ ਤੁਹਾਨੂੰ ਚਾਨਣ ਦਿੰਦਾ ਹੈ, ਰਾਤ ਨੂੰ ਚੰਦਰਮਾ ਤਾਰਿਆਂ ਨੂੰ ਚਮਕਾਉਂਦਾ, ਸਮੁੰਦਰ ਨੂੰ ਹਿਲਾਉਂਦਾ, ਉਹ ਸਰਵਸ਼ਕਤੀਮਾਨ ਪ੍ਰਭੂ। ਉਸ ਦਾ ਵਚਨ ਜਿਹੜਾ ਪ੍ਰਕਿਰਤੀ ਨੂੰ ਚਾਲੂ ਰੱਖਦਾ। ਜੇਕਰ ਕੋਈ ਆਕਾਸ਼ ਦੀ ਕੀ ਜ਼ਰਾ ਹੁਣ ਜਿਹੜੀ ਮੇਨ ਚੀਜ਼ ਹੈ ਇਸ ਦੇ ਵਿੱਚ 36ਵੇਂ ਆਇਤ ਦਾ B ਹਿੱਸਾ ਹੈ ਜਿਹੜਾ ਮੇਨ, ਔਰ ਉਸ ਦੇ ਵਿੱਚ ਇਹ ਹੈ ਕਿ ਉਸ ਦਾ ਵਚਨ ਹੈ ਜਦੋਂ ਤੱਕ ਪ੍ਰਕਿਰਤੀ ਦਾ ਨਿਯਮ ਚਾਲੂ ਰਹੇਗਾ, ਇਜ਼ਰਾਈਲ ਦੀ ਹੋਂਦ ਰਹੇਗੀ। ਇਸ ਦਾ ਕੀ ਮਤਲਬ? ਇਸ ਦਾ ਮਤਲਬ ਇਹ ਹੈ ਕਿ ਜਿਸ ਲਈ ਅਸੀਂ ਚੈਪਟਰ ਪਹਿਲਾ ਉਤਪਤ ਦਾ ਪੜ੍ਹਦੇ ਹਾਂ ਕਿ ਪ੍ਰਭੂ ਨੇ ਦਿਨ ਬਣਾਇਆ, ਰਾਤ ਬਣਾਈ, ਪ੍ਰਭੂ ਨੇ ਮੌਸਮ ਬਣਾਏ, ਪ੍ਰਭੂ ਨੇ ਚੰਦ ਬਣਾਏ, ਪ੍ਰਭੂ ਨੇ ਤਾਰੇ ਬਣਾਏ, ਇੱਕ ਰਾਤ ਸੀ, ਇੱਕ ਰਾਤ ਦਾ ਰਾਜਾ, ਇੱਕ ਦਿਨ ਦਾ ਰਾਜਾ। ਜਿਸ ਲਈ ਪ੍ਰਭੂ ਨੇ ਦਿਨ ਕਿਹਾ, ਪ੍ਰਭੂ ਨੇ ਰਾਤ ਕਿਹਾ। ਇਹ ਸਾਰੀਆਂ ਚੀਜ਼ਾਂ ਨੂੰ ਜਿਸ ਲਈ ਅਸੀਂ ਦੇਖਦੇ ਪਏ ਹਾਂ, ਔਰ ਜਿਸ ਤਰ੍ਹਾਂ ਇਹ ਪ੍ਰਕਿਰਤੀ ਘੁੰਮਦੀ ਪਈ, ਉਹ ਕਹਿੰਦੀ ਜਿੰਨੀ ਦੇਰ ਤੱਕ ਇਹ ਪ੍ਰਕਿਰਤੀ ਰਹੇਗੀ ਇਜ਼ਰਾਈਲ ਦੀ ਹੋਂਦ ਰਹੇਗੀ। ਔਰ ਅੱਜ ਵੀ ਇਜ਼ਰਾਈਲ ਹੈ, ਠੀਕ, ਅੱਜ ਵੀ ਇਜ਼ਰਾਈਲ ਹੈ, ਔਰ ਅਸੀਂ ਇਹ ਚੀਜ਼ ਦੇਖਦੇ ਪਏ।
ਠੀਕ। ਸੋ ਇਸ ਚੀਜ਼ ਨੂੰ ਪ੍ਰਭੂ ਇਹ ਕਹਿ ਰਿਹਾ ਕਿ ਜੇਕਰ ਆਕਾਸ਼ ਦੀ ਕੋਈ ਮਿਹਨਤੀ ਕਰ ਸਕੇ, nobody can do it। ਸਾਨੂੰ ਇੰਨਾ ਪਤਾ ਕਿ ਆਕਾਸ਼ ਨੂੰ ਦੇਖਦਿਆਂ ਅਸੀਂ ਬਹੁਤ ਸਾਰੀਆਂ ਸਨ 1970 ਦੀਆਂ ਅਸੀਂ ਟੈਲੀਸਕੋਪਸ ਘੱਲਦੇ ਪਏ, ਜਿਹੜੀਆਂ ਲੇਟੈਸਟ ਘੱਲੀ ਹੈਗੀ ਉਸ ਨੂੰ ਵੈਗਨਰ ਕਹਿੰਦੇ ਆ, ਔਰ ਉਸ ਦੇ ਉੱਤੇ $10 ਬਿਲੀਅਨ ਖਰਚਾ ਆਇਆ ਘੱਲਣ ਦੇ ਲਈ। ਔਰ ਇੱਕ ਹਿੱਸਾ ਆਕਾਸ਼ ਦਾ ਐਸਾ ਸੀ ਜਿਸ ਦੇ ਵਿੱਚ ਅਸੀਂ ਕਹਿੰਦੇ ਸੀਗੇ ਕਿ ਉਹਨੂੰ ਡਾਰਕ ਸਾਈਡ ਆਫ ਦਾ ਯੂਨੀਵਰਸ ਕਹਿੰਦੇ ਸੀ, ਕਿ ਉੱਥੇ ਹੈ ਹੀ ਕੁਛ ਨਹੀਂ। ਲੇਕਿਨ ਜਿਸ ਵੇਲੇ ਇਹ ਜਿਹੜੀ ਨਵੀਂ ਔਰ ਮੋਸਟ ਪਾਵਰਫੁਲ ਅੱਜ ਤੱਕ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਜਿਸ ਲਈ ਇਹ ਜਾ ਕੇ ਇਸਨੇ ਆਪਣਾ ਮੂੰਹ ਖੋਲਿਆ ਔਰ ਇਸਨੇ ਪਿਕਚਰਾਂ ਘੱਲਣੀਆਂ ਸ਼ੁਰੂ ਕੀਤੀਆਂ, ਤੇ ਐਵਰੀਬਾਡੀ ਵਾਸ ਅਮੇਜ਼ਡ। ਹੁਣ ਜਿਹੜੀ ਸਾਨੂੰ ਤੇ ਸਾਡੇ ਬੱਚਿਆਂ ਨੂੰ ਜਿਹੜੀ ਥਿਊਰੀ ਪੜ੍ਹਾਈ ਜਾਂਦੀ ਆ ਐਕਚੁਅਲੀ, ਤੇ ਉਸ ਨੂੰ ਬਿਗ ਬੈਂਗ ਥਿਊਰੀ ਕਿਹਾ ਜਾਂਦਾ। ਉਸ ਦਾ ਮਤਲਬ ਕਿ ਇੱਕ ਵੇਲੇ ਸਾਰਾ ਕੁਝ ਇਕੱਠਾ ਸੀ, ਇੱਕ ਵੱਡਾ ਧਮਾਕਾ ਹੋਇਆ, ਉਹ ਤੋਂ ਸੂਰਜ ਪੈਦਾ ਹੋਏ, ਉਹ ਤੋਂ ਚੰਦ ਪੈਦਾ ਹੋਏ, ਉਹ ਚੰਦ ਇੱਕ ਦੂਜੇ ਦੁਆਰਾ ਘੁੰਮਣ ਲੱਗ ਪਏ, ਸਾਰੀਆਂ ਚੀਜ਼ਾਂ ਹੋ ਗਈਆਂ। ਹੁਣ ਜਿਸ ਵੇਲੇ ਔਰ ਉੱਥੋਂ ਡਾਰਕ ਸਾਈਡ, ਜਿੱਥੇ ਕੁਝ ਵੀ ਨਹੀਂ ਗਿਆ, ਉਸ ਨੂੰ ਡਾਰਕ ਸਾਈਡ ਕਹਿਣ ਲੱਗ ਪਏ। ਲੇਕਿਨ ਉੱਥੇ ਉਹਨਾਂ ਨੂੰ ਇੰਨੇ ਸੂਰਜ ਮਿਲੇ ਆ, ਇੰਨੀਆਂ ਧਰਤੀਆਂ ਮਿਲੀਆਂ, ਇੰਨੇ ਚੰਦ ਮਿਲੇ ਆ, ਤੇ ਹੁਣ ਉਹਨਾਂ ਨੂੰ ਇਸ ਚੀਜ਼ ਦਾ ਫਿਕਰ ਪੈ ਗਿਆ ਕਿ ਦ ਬਿਗ ਬੈਂਗ ਥਿਊਰੀ ਜਿਹੜੀ ਆ ਉਹ ਇਟ ਇਜ਼ ਅ ਲਾਈ, ਇਹ ਝੂਠ ਆ। ਸੋ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਆ ਰਹੀਆਂ ਉਸ ਟੈਲੀਸਕੋਪ ਦੇ ਕਾਰਨ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਪੜ੍ਹਾਈਆਂ ਗਈਆਂ ਸੀਗੀਆਂ ਜਾਂ ਸਾਨੂੰ ਪੜ੍ਹਾਈਆਂ ਗਈਆਂ ਸੀਗੀਆਂ, ਉਹ ਸਾਇੰਟਿਸਟ ਨੇ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੈਟ ਇਜ਼ ਨਾਟ ਟਰੂ। ਸਾਨੂੰ ਦੁਆਰਾ ਜਾਣਾ ਪੈਣਾ ਔਰ ਦੁਆਰਾ ਦੇਖਣਾ ਪੈਣਾ। ਸੋ ਮੈਂ ਜਿੱਦਾਂ ਕਹਿ ਰਿਹਾ ਸੀ ਕਿ ਸਨ 70 ਤੋਂ ਅਸੀਂ ਟੈਲੀਸਕੋਪਸ ਘੱਲਦੇ ਪਏ ਹਾਂ ਉੱਤੇ ਦੇਖਣ ਨੂੰ, ਔਰ ਹਰ ਇੱਕ ਟੈਲੀਸਕੋਪ ਦਾ ਇੱਕ ਸਮਾਂ ਆਉਂਦਾ ਕਿ ਜਿਸਲੇ ਉਹ ਉਸ ਜਗ੍ਹਾ ਤੋਂ ਅੱਗੇ ਲੰਘ ਜਾਂਦੀ ਹੈ, ਫਿਰ ਉਸ ਤੋਂ ਬਾਅਦ ਉਹ ਕੋਈ ਪਿਕਚਰ ਨਹੀਂ ਘੱਲ ਸਕਦਾ, ਸਾਡਾ ਕਨੈਕਸ਼ਨ ਉਹਦੇ ਨਾਲ ਟੁੱਟ ਜਾਂਦਾ, ਔਰ ਉਹ ਕਰੋੜਾਂ ਤੋਂ ਕਰੋੜਾਂ ਮੀਲ ਦੂਰ ਜਾ ਕੇ ਉਹ ਕਨੈਕਸ਼ਨ ਟੁੱਟਦਾ, ਔਰ ਉਸ ਤੋਂ ਅੱਗੇ ਵੀ ਬਹੁਤ ਕੁਝ। ਸੋ ਪ੍ਰਭੂ ਇਹ ਕਹਿ ਰਿਹਾ ਕਿ ਕੋਈ ਆਕਾਸ਼ ਨੂੰ ਮਿਲ ਸਕਦਾ, ਕੋਈ ਧਰਤੀ ਦੀ ਡੂੰਘਾਈ ਨੂੰ ਮਿਲ ਸਕਦਾ, ਔਰ ਇਹਨਾਂ ਦੋਨਾਂ ਦਾ ਜਿਹੜਾ ਜਵਾਬ ਆ ਉਹ ਨਾ ਆ। ਔਰ ਜੇ ਕਹਿੰਦਾ ਕਿ ਇਹ ਕੋਈ ਕਰ ਸਕੇ ਤਾਂ ਫੇਰ ਮੈਂ, ਕਿਉਂਕਿ ਸਾਨੂੰ ਤਾਂ ਹਾਲੇ ਆਪਣੇ ਸਮੁੰਦਰ 'ਚ ਹੀ ਨਹੀਂ ਪਤਾ ਕੀ ਕੁਛ ਆ। ਔਰ ਇਹ ਕਿਹਾ ਜਾਂਦਾ ਕਿ ਸਾਨੂੰ ਆਕਾਸ਼ ਦੇ ਵਿੱਚ ਸਾਡੇ ਆਕਾਸ਼ ਦੇ ਵਿੱਚ ਕੀ ਕੁਛ ਆ ਉਹਦਾ ਸਾਨੂੰ ਪਤਾ ਆ, ਪਰ ਸਾਡੇ ਆਪਣੇ ਸਮੁੰਦਰ ਦੇ ਵਿੱਚ ਕੀ ਕੋਈ ਛੁਪਿਆ ਸਾਨੂੰ ਉਹਦੇ ਬਾਰੇ ਕੁਛ ਨਹੀਂ, ਇੰਨਾ ਜ਼ਿਆਦਾ ਨਹੀਂ ਪਤਾ। ਕੋਈ ਸਾਲ ਐਸਾ ਨਹੀਂ ਗੁਜ਼ਰਦਾ ਜਦੋਂ ਸਾਨੂੰ ਥੱਲਿਓਂ 5-6 ਕੋਈ ਨਵੇਂ ਜਾਨਵਰ ਨਹੀਂ ਲੱਭਦੇ ਜਿਹੜੇ ਪਹਿਲਾਂ ਨਹੀਂ ਸੀਗੇ, ਜਿਨ੍ਹਾਂ ਨੂੰ ਅਸੀਂ ਜਾਂ ਤਾਂ ਕਹਿ ਦਿੰਦੇ ਸੀ ਐਕਸਟਿੰਕਟ ਹੋ ਗਿਆ ਆ, ਉਹ ਮਰ ਗਏ, ਉਹ ਖਤਮ ਹੋ ਗਏ, ਲੇਕਿਨ ਦੇ ਸਟਿਲ ਫਾਈਂਡ them। ਸੋ ਇਸ ਕਰਕੇ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਨਹੀਂ ਪਤਾ। ਪ੍ਰਭੂ ਕਹਿੰਦਾ ਜਦ ਤੁਹਾਨੂੰ ਇੰਨਾ ਹੀ ਨਹੀਂ ਪਤਾ, ਇਹ ਜਿੰਨੀ ਦੇਰ ਤੱਕ ਕੋਈ ਜਾਣ ਸਕੇ ਤਾਂ ਫਿਰ ਮੈਂ ਇਜ਼ਰਾਈਲ ਨੂੰ ਰੱਦ ਦਊਂਗਾ। ਸਾਡੇ ਸਾਹਮਣੇ ਇਜ਼ਰਾਈਲ ਤੇ ਹਰ ਰੋਜ਼ ਹਮਲੇ ਹੁੰਦੇ ਆ, ਇਜ਼ਰਾਈਲ ਨੂੰ ਹਰ ਪਾਸੇ ਤੋਂ ਉਹਨਾਂ ਨੂੰ ਰੋਕਿਆ ਜਾਂਦਾ, ਟੋਕਿਆ ਜਾਂਦਾ। ਉਹਨਾਂ ਦੇ 1200 ਬੰਦੇ ਇੱਕ ਰਾਤ ਦੇ ਵਿੱਚ ਹਮਾਸ ਵਾਲਿਆਂ ਨੇ ਮਾਰ ਦਿੱਤੇ, ਔਰ ਲੇਕਿਨ ਹੁਣ ਜਿਸ ਵੇਲੇ ਉਹਨਾਂ ਨੇ ਆਪਣੇ ਹਥਿਆਰ ਚੁੱਕੇ ਤੇ ਉਹਨਾਂ ਨੂੰ ਸਾਰੇ ਮਨਾ ਕਰਦੇ ਪਏ ਕਿ ਨਹੀਂ, ਤੁਸੀਂ ਏਦਾਂ ਨਹੀਂ ਕਰ ਸਕਦੇ। ਉਹਨਾਂ ਨੇ ਥੱਲੇ ਟਨਲਸ ਬਣਾਈਆਂ, ਟਨਲਸ ਦੇ ਥੱਲੇ ਬੰਬ ਬੰਨਿਓ, ਕਈ ਕੁਛ ਕਰਕੇ ਉੱਥੇ ਬੈਠੇ ਹੋ, ਰਾਈਟ। ਔਰ ਬਾਕੀ ਦੀਆਂ ਸਰਕਾਰਾਂ ਮਨਾ ਕਰਦੀਆਂ ਪਈਆਂ। ਪਰ ਕੀ ਇਜ਼ਰਾਈਲ ਦੀ ਹੋਂਦ ਮੁੱਕ ਗਈ? ਨੋ, ਇਜ਼ਰਾਈਲ ਦੀ ਹੋਂਦ ਨਹੀਂ, ਇਜ਼ਰਾਈਲ ਹੈਗਾ। ਔਰ ਇੱਥੋਂ ਸਾਨੂੰ ਪਤਾ, ਇਸ ਵਚਨ ਦੀ ਸਾਨੂੰ ਹੋਂਦ ਦਾ ਪਤਾ ਲੱਗਦਾ। ਲੇਕਿਨ ਕੀ ਇਹ ਲੋਕ ਇਸ ਵੇਲੇ ਕਹਿ ਸਕਦੇ ਕਿ ਇਜ਼ਰਾਈਲ ਦੀ ਹੋਂਦ ਬਚੇਗੀ?
नहीं 10 ਕਬੀਲੇ ਤਾਂ ਸਾਰੇ ਖੰਡੇੜ ਦਿੱਤੇ ਆ। 10 ਕਬੀਲੇ ਤਾਂ ਅਗਰ ਅਸੀਂ ਦੇਖੀਏ ਕਿ ਜਿਸ ਵੇਲੇ ਅਸੀਰੀਆਂ ਦਾ ਰਾਜ ਸੀਗਾ, ਅਗਰ ਅਸੀਂ ਵਾਪਸ ਜਾਈਏ ਤਾਂ ਨਿਓ ਸੀਰੀਅਨ ਦਾ ਜਿਸ ਲਈ ਰਾਜ ਸੀਗਾ, ਹੁਣ ਜਿੱਥੇ ਜਿੱਥੇ ਤੱਕ ਸਾਨੂੰ ਹਰਾ ਦਿਸਦਾ, ਯਾਨੀ ਕਿ ਇਸ ਇਲਾਕੇ ਦੇ ਵਿੱਚੋਂ ਜਿਹੜਾ ਇਲਾਕਾ ਨਿੱਕੇ ਜਿਹੇ ਇਲਾਕੇ ਦੇ ਵਿੱਚੋਂ ਚੁੱਕ ਕੇ ਤਾਂ ਅਸੀਰੀਅਨਸ ਨੇ ਲੋਕਾਂ ਨੂੰ ਸਾਰੇ ਹਰੇ ਇਲਾਕੇ ਦੇ ਵਿੱਚ ਖੰਡਾਰ ਦਿੱਤਾ ਸੀ। ਇਧਰੋਂ ਈਜਿਪਟ ਤੱਕ, ਇਧਰੋਂ ਅਫਰੀਕਾ ਤੱਕ ਅਸੀਰੀਅਨਸ ਨੇ ਪ੍ਰਭੂ ਦੀਆਂ ਲੋਕਾਂ ਨੂੰ ਖਿਲਾਰ ਦਿੱਤਾ ਸੀ। ਇਸੇ ਕਰਕੇ ਪ੍ਰਭੂ ਕਹਿੰਦਾ ਕਿ ਜਿੱਥੇ ਜਿੱਥੇ ਤੱਕ ਤੁਹਾਨੂੰ ਖੰਡਾਰਿਆ ਗਿਆ, ਮੈਂ ਤੁਹਾਨੂੰ ਉੱਥੋਂ ਵਾਪਸ ਲੈ ਕੇ ਆਊਂਗਾ। ਸੋ ਜਿਸ ਲਈ ਅਸੀਂ ਇਸ ਇਲਾਕੇ ਨੂੰ ਦੇਖਦੇ ਹੈਗੇ ਆ, ਤਾਂ ਅਸੀਂ ਇਹ ਦੇਖਦੇ ਹੈਗੇ ਕਿ ਇਸ ਇਲਾਕੇ ਨੂੰ ਔਰ ਆਸੂਸਾ ਦਾ ਇਲਾਕਾ, ਜਿਹਨੂੰ ਅਸੀਂ ਕਹਿ ਸਕਦੇ ਹੈਗੇ ਕਿ ਅੱਜ ਦਾ ਜਿਹੜਾ ਈਰਾਨ ਈਰਾਨ ਦਾ ਇਲਾਕਾ, ਇਹ ਸਾਰੇ ਇਲਾਕੇ ਜਿਹੜੇ ਸੀਗੇ ਉਹ ਬੇਸਿਕਲੀ ਜਿਹੜੇ ਅਸੁਰ ਸੀਗੇ, ਅਸੀਰੀਅਨ ਸੀਗੇ, ਉਹਨਾਂ ਦੇ ਕਬਜ਼ੇ ਵਿੱਚ ਸੀ। ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਤਾਂ ਉਹਨਾਂ ਨੂੰ ਖੰਡਾਰ ਦਿੱਤਾ ਗਿਆ ਸੀਗਾ। ਕੀ ਉਹ ਸੋਚਦੇ ਹੋਣਗੇ ਕਿ ਇਜ਼ਰਾਈਲ ਕਦੀ ਬਚੇਗਾ? ਨਿੱਕਾ ਜਿਹਾ ਯਹੂਦਾ ਦਾ ਇਲਾਕਾ ਰਹਿੰਦਾ ਪਿਆ, ਜਿੱਥੇ ਬੇਸਿਕਲੀ ਤੁਸੀਂ ਇਹ ਕਹ ਲਓ ਕਿ 2.5 ਕਬੀਲਿਆਂ ਦੇ ਲੋਕ ਰਹਿੰਦੇ ਪਏ। ਲੇਵੀ ਕਬੀਲੇ ਦੇ ਲੋਕ ਰਹਿੰਦੇ, ਥੋੜੇ ਜਿਹੇ ਬਿਨਿਆਮੀਨੀਆਂ ਦੇ ਰਹਿੰਦੇ, ਥੋੜੇ ਜਿਹੇ ਸਿਮੀਅਨ ਕਬੀਲੇ ਦੇ ਲੋਕ ਉੱਥੇ ਰਹਿੰਦੇ। ਸੋ ਸਵਾਲ ਇਹ ਪੈਦਾ ਹੁੰਦਾ ਵੀ ਕੀ ਇਹ ਲੋਕ ਸੋਚਦੇ ਹੋਣਗੇ ਕਿ ਸਾਡਾ ਬਚਾਅ ਹੋਏਗਾ? ਔਰ ਪ੍ਰਭੂ ਉਹਨਾਂ ਨੂੰ ਇਹ ਕਹਿ ਰਿਹਾ ਕਿ ਮੈਂ ਤੁਹਾਨੂੰ ਖੰਡਾਰੂੰਗਾ ਔਰ ਮੈਂ ਤੁਹਾਨੂੰ ਵਾਪਸ ਲੈ ਕੇ ਆਊਂਗਾ। ਤੁਸੀਂ ਜਿੱਥੇ ਜਿੱਥੇ ਵੀ ਖਿਲ ਰਹੇ ਹੋਣਗੇ, ਤੁਸੀਂ ਉੱਥੋਂ ਵਾਪਸ ਆਓਗੇ ਔਰ ਤੁਸੀਂ ਉੱਥੋਂ ਵਾਪਸ ਆ ਕੇ ਤੁਸੀਂ ਇੱਥੇ ਬਸੋਗੇ ਔਰ ਤੁਹਾਡਾ ਆਪਣਾ ਰਾਜਾ ਹੋਏਗਾ, ਜਿਹੜਾ ਤੁਹਾਡੇ ਵਿੱਚੋਂ ਹੋਏਗਾ। ਹੁਣ ਭਾਵੇਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਵੇਲੇ ਹੈਰੋਦੇਸ ਰਾਜਾ ਸੀਗਾ, ਭਾਵੇਂ ਉਹ ਪਪਟ ਰਾਜਾ ਸੀ, ਭਾਵੇਂ ਉਹ ਪਪਟ ਕਿੰਗ ਸੀਗਾ, ਪਰ ਉਹਨਾਂ ਦੇ ਵਿੱਚੋਂ ਤਾਂ ਸੀਗਾ, ਉਹਨਾਂ ਦਾ ਪਾਰਟ ਤਾਂ ਸੀਗਾ ਨਾ, ਉਹਨਾਂ ਦਾ ਹਿੱਸਾ ਤਾਂ ਸੀਗਾ। ਠੀਕ, ਸੋ ਅਸੀਂ ਇਹਨਾਂ ਚੀਜ਼ਾਂ ਨੂੰ ਇੱਥੇ ਇਹ ਦੇਖਦੇ ਪਏ ਆ। ਔਰ ਫਿਰ ਪ੍ਰਭੂ ਇਹ ਕਹਿ ਰਿਹਾ, ਪ੍ਰਭੂ ਉਹਨਾਂ ਨੂੰ ਸਾਰੇ ਉਹ ਜਿਹੜਾ ਏਰੀਆ ਆ, ਉਹਦੀ ਸਾਰੇ ਏਰੀਏ ਦੇ ਬਾਰੇ ਦੱਸਦਾ ਪਿਆ ਕਿ ਉਹ ਦਿਨ ਆ ਰਿਹਾ ਹੈ, ਉਹ ਸਮਾਂ ਆ ਰਿਹਾ ਹੈ ਜਦੋਂ ਯਰੂਸ਼ਲਮ ਸ਼ਹਿਰ ਤੋਂ, ਹਨਨੇਲ ਦੇ ਬੁਰਜ ਤੋਂ ਲੈ ਕੇ ਨੁਕਰ ਤੋਂ ਦੇ ਫਾਟਕ ਤੋਂ ਮੇਰਾ ਸ਼ਹਿਰ ਦੁਬਾਰਾ ਉਸਾਰਿਆ ਜਾਵੇਗਾ। ਔਰ ਇਹ ਅਸੀਂ ਜਿਸ ਵੇਲੇ ਫਾਰਸ ਦਾ ਰਾਜ ਆਉਣਾ, ਅਸੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਦੇਖਣੀਆਂ, ਇਹਨਾਂ ਚੀਜ਼ਾਂ ਨੂੰ ਦੁਆਰਾ ਉਸਾਰ ਹੁੰਦੇ ਦੇਖਣਾ। ਔਰ ਪੱਛਮੀ ਵਾਦੀ ਤੋਂ ਲੈ ਕੇ ਗਰੇਬ ਦੀ ਪਹਾੜੀ ਤੋਂ ਹੁੰਦੀ ਹੋਈ ਗੁਆਹ ਦੇ ਪਾਸੇ ਤੱਕ ਜਾਵੇਗੀ, ਉਹ ਸਾਰੀ ਵਾਦੀ ਜਿੱਥੇ ਮੁਰਦੇ ਦਫਨਾਏ ਜਾਂਦੇ ਅਤੇ ਰੂੜੀ ਸੁੱਟੀ ਜਾਂਦੀ ਹੈ। ਕਿਦਰੋਨ ਦੇ ਨਾਲੇ ਦੇ ਲਾਗੇ ਸਾਰੇ ਖੇਤ, ਪੂਰਬ ਘੋੜੇ ਦਾ ਫਾਟਕ ਦਾ ਸਾਰਾ ਇਲਾਕਾ ਮੇਰੇ ਲਈ ਪਵਿੱਤਰ ਠਹਿਰੇਗਾ ਅਤੇ ਉਹ ਕਦੀ ਅੱਗੇ ਤੋਂ ਢਾਇਆ ਨਹੀਂ ਜਾਏਗਾ, ਨਾ ਨਾਸ਼ ਕੀਤਾ ਜਾਏਗਾ। ਕੈਨ ਯੂ ਸੀ ਦੈਟ? ਜਿੱਥੇ ਰੂੜੀ ਸੁੱਟੀ ਜਾਂਦੀ ਆ, ਜਿੱਥੇ ਮੁਰਦੇ ਦਫਨਾਏ ਜਾਂਦੇ, ਉਹ ਜਗ੍ਹਾਵਾਂ ਜਿਹੜੀਆਂ ਨੂੰ ਅਸੀਂ ਅਸ਼ੁੱਧ ਕਹਿੰਦੇ ਆ, ਰਾਈਟ, ਉਹ ਜਗ੍ਹਾਵਾਂ ਜਿਹੜੀਆਂ ਨੂੰ ਅਸੀਂ ਅਸ਼ੁੱਧ ਕਹਿੰਦੇ, ਪ੍ਰਭੂ ਕਹਿੰਦਾ ਮੇਰੇ ਲਈ ਪਵਿੱਤਰ ਠਹਿਰਨਗੀਆਂ। ਅਗਰ ਇਹ ਤਾਂ ਜਗ੍ਹਾ ਆ, ਇਹ ਤਾਂ ਜ਼ਮੀਨ ਆ, ਇਨਸਾਨ ਤਾਂ ਪ੍ਰਭੂ ਦੀ ਆਪਣੀ ਹੋਂਦ, ਉਸ ਦਾ ਆਪਣਾ ਸਾਹ ਆ ਇਨਸਾਨ ਦੇ ਅੰਦਰ। ਸੋ ਉਹਦੀ ਹਾਲਤ ਜਿੰਨੀ ਮਰਜੀ ਰੂੜੀ ਵਾਲੀ ਹੋਵੇ ਤੇ ਉਹਦੀ ਹਾਲਤ ਜਿੰਨੀ ਮਰਜੀ ਮੁਰਦਾ ਹੋਵੇ, ਕੀ ਪ੍ਰਭੂ ਉਸ ਨੂੰ ਛੱਡੇਗਾ? ਇਸ ਜਗ੍ਹਾ ਨੂੰ ਨਹੀਂ ਉਹ ਛੱਡਦਾ ਪਿਆ ਤਾਂ ਕੀ ਉਹ ਇਨਸਾਨ ਨੂੰ ਛੱਡੇਗਾ? ਕਦੀ ਵੀ, ਕਦੀ ਵੀ। ਸੋ ਹੁਣ ਇਸ ਦਾ ਇੱਕ ਪ੍ਰਭੂ ਦੇ ਰਿਹਾ। ਅਸੀਂ ਉਹਦਾ ਮੈਂ ਇੱਥੇ ਅਜ਼ੀਕਲ ਦੀ ਪੋਥੀ ਮੈਂ ਸ਼ੁਰੂ ਕਰਨੀ ਸੀ, ਲੇਕਿਨ ਹੁਣ ਸਾਡਾ ਟਾਈਮ ਜਿੱਦਾਂ ਹੋ ਗਿਆ, ਅਗਲੇ ਹਫਤੇ ਸ਼ੁਰੂ ਕਰਾਂਗੇ। ਅਜ਼ੀਕਲ ਦੇ ਅਸੀਂ 8 ਚੈਪਟਰ ਇੱਥੇ ਪੜ੍ਹਨੇ ਸੀ, ਪਹਿਲੇ 8 ਚੈਪਟਰ ਇੱਥੇ ਪੜ੍ਹਨੇ ਸੀ, ਜਿਹੜੇ ਅਜ਼ੀਕਲ ਦੀ ਪੋਥੀ ਐਕਚੁਅਲੀ ਇੱਥੋਂ ਸ਼ੁਰੂ ਹੋ ਜਾਂਦੀ, ਇੱਥੇ ਪੌਜ਼ ਆ ਜਾਂਦਾ। ਲੇਕਿਨ ਇਸ ਦੀ ਨਿਸ਼ਾਨੀ ਕੀ ਦੇ ਰਿਹਾ? ਸੋ ਪ੍ਰਭੂ ਇਹ ਦਿਖਾ ਰਿਹਾ ਆਪਣੇ ਨਬੀ ਨੂੰ, ਉਹ ਕੁਛ ਐਸਾ ਕਰਨ ਦੇ ਲਈ ਕਹਿ ਰਿਹਾ ਕਿ ਲੋਕ ਯਕੀਨ ਕਰਨ ਉਹਦੀ ਗੱਲ ਦਾ।
ਦੁੱਖ ਹੈ। ਸੋ ਆਓ ਅਸੀਂ 32ਵਾਂ ਭਾਵ ਉਸ ਦੀ 1 ਆਇਤ ਤੋਂ ਲੈ ਕੇ ਉਸ ਦੀ 15 ਆਇਤ ਤੱਕ ਇਸ ਨੂੰ ਦੇਖਾਂ। ਜਰਮਾਇਆ ਦਾ ਇੱਕ ਖੇਤ ਮੁੱਲ ਲੈਣਾ। ਇਹ ਯਹੂਦਾ ਦੇ ਰਾਜਾ ਸਿਦਕੀਆ ਦੇ ਰਾਜਕਾਲ ਦਾ 10ਵਾਂ ਸਾਲ ਅਤੇ ਬਾਬਲ ਦੇ ਰਾਜੇ ਨਬੂਕਦਨਸਰ ਦੇ ਰਾਜਕਾਲ ਦਾ 18ਵਾਂ ਸਾਲ ਸੀ, ਜਦੋਂ ਪ੍ਰਭੂ ਮੇਰੇ ਨਾਲ ਬੋਲਿਆ। ਉਸ ਸਮੇਂ ਬਾਬਲ ਦੀ ਸੈਨਾ ਯਰੂਸ਼ਲਮ ਉੱਤੇ ਚੜ੍ਹਾਈ ਕਰ ਰਹੀ ਸੀ ਅਤੇ ਮੈਂ ਸ਼ਾਹੀ ਮਹਿਲ ਦੇ ਅੰਦਰਲੇ ਕੈਦਖਾਨੇ ਵਿੱਚ ਸਾਂ। ਰਾਜਾ ਸਿਦਕੀਆ ਨੇ ਮੈਨੂੰ ਇਸ ਲਈ ਕੈਦ ਕੀਤਾ ਸੀ ਕਿਉਂਕਿ ਮੈਂ ਉਸ ਦੇ ਲਈ ਅਗੰਮੀ ਵਾਕ ਕੀਤਾ ਸੀ। ਪ੍ਰਭੂ ਦਾ ਵਚਨ ਹੈ, ਮੈਂ ਇਸ ਸ਼ਹਿਰ ਉੱਤੇ ਬਾਬਲ ਦੀ ਸੈਨਾ ਦਾ ਕਬਜ਼ਾ ਹੋਣ ਦੇਵਾਂਗਾ ਅਤੇ ਰਾਜਾ ਸਿਦਕੀਆ ਵੀ ਬਚ ਨਹੀਂ ਸਕੇਗਾ। ਉਹ ਬਾਬਲ ਦੇ ਰਾਜਾ ਦੇ ਹੱਥੀਂ ਸੌਂਪਿਆ ਜਾਵੇਗਾ ਅਤੇ ਉਹ ਉਸ ਨੂੰ ਆਮੋ ਸਾਹਮਣੇ ਦੇਖੇਗਾ ਅਤੇ ਉਸ ਨਾਲ ਗੱਲਬਾਤ ਕਰੇਗਾ। ਰਾਜਾ ਸਿਦਕੀਆ ਨੂੰ ਉਹ ਬੰਦੀ ਬਣਾ ਕੇ ਬਾਬਲ ਵਿੱਚ ਲੈ ਜਾਵੇਗਾ ਅਤੇ ਉੱਥੇ ਉਸ ਸਮੇਂ ਤੱਕ ਰੱਖੇਗਾ ਜਦੋਂ ਤੱਕ ਪ੍ਰਭੂ ਉਸ ਦੀ ਸੁੱਧ ਨਹੀਂ ਲਵੇਗਾ। ਬੇਸ਼ੱਕ ਸਿਦਕੀਆ ਬਾਬਲ ਦੀ ਸੈਨਾ ਨਾਲ ਲੜੇ ਵੀ, ਪਰ ਉਹ ਸਫਲ ਨਹੀਂ ਹੋਵੇਗਾ। ਮੈਂ ਪ੍ਰਭੂ ਨੇ ਇਹ ਕਿਹਾ ਹੈ। ਪ੍ਰਭੂ ਨੇ ਮੈਨੂੰ ਦੱਸਿਆ, ਤੇਰੇ ਚਾਚੇ ਸ਼ਲੂਮ ਦਾ ਪੁੱਤਰ ਹਨਮੇਲ ਤੇਰੇ ਕੋਲ ਆਵੇਗਾ ਤੇ ਆਖੇਗਾ ਕਿ ਤੂੰ ਉਸ ਦਾ ਬਿਨਯਾਮੀਨ ਦੇ ਨਗਰ ਅਨਾਤੋਤ ਵਿਚਲਾ ਇੱਕ ਖੇਤ ਮੁੱਲ ਲੈ ਲੈ, ਕਿਉਂਕਿ ਤੂੰ ਉਸ ਦਾ ਸਭ ਤੋਂ ਨਜ਼ਦੀਕੀ ਸੰਬੰਧੀ ਹੈ ਅਤੇ ਉਸ ਖੇਤ ਨੂੰ ਮੁੱਲ ਲੈਣ ਦਾ ਤੇਰਾ ਸਭ ਤੋਂ ਪਹਿਲਾਂ ਹੱਕ ਹੈ। ਤਦ ਜਦੋਂ ਪ੍ਰਭੂ ਨੇ ਮੈਨੂੰ ਅਜੇ ਇਹ ਗੱਲ ਦੱਸੀ ਹੀ ਸੀ ਤਾਂ ਹਨਮੇਲ ਮੇਰੇ ਕੋਲ ਵਿਹੜੇ ਵਿੱਚ ਆਇਆ ਤੇ ਮੈਨੂੰ ਬੋਲਿਆ ਕਿ ਤੂੰ ਮੇਰਾ ਖੇਤ ਮੁੱਲ ਲੈ ਲੈ। ਮੈਂ ਜਾਣਦਾ ਸਾਂ ਕਿ ਪ੍ਰਭੂ ਨੇ ਸੱਚਮੁੱਚ ਇਸ ਸੰਬੰਧ ਵਿੱਚ ਮੈਨੂੰ ਕਿਹਾ ਹੈ, ਇਸ ਲਈ ਮੈਂ ਹਨਮੇਲ ਤੋਂ ਉਸ ਦਾ ਖੇਤ ਮੁੱਲ ਲੈ ਲਿਆ ਤੇ ਉਸ ਨੂੰ ਤੇਲ ਦੇ ਕੇ ਚਾਂਦੀ ਦੇ 17 ਸਿੱਕੇ ਦੇ ਦਿੱਤੇ, ਤੋਲ ਕੇ ਚਾਂਦੀ ਦੇ 17 ਸਿੱਕੇ ਦੇ ਦਿੱਤੇ। ਮੈਂ ਰਜਿਸਟਰੀ ਉੱਤੇ ਦਸਤਖਤ ਕੀਤੇ ਅਤੇ ਗਵਾਹਾਂ ਨੇ ਵੀ ਉਸ ਉੱਤੇ ਗਵਾਹੀ ਭਰ ਦਿੱਤੀ ਤੇ ਉਹਨਾਂ ਦੇ ਸਾਹਮਣੇ ਹੀ ਸਿੱਕੇ ਵੀ ਤੋਲੇ ਗਏ। ਤਦ ਮੈਂ ਰਜਿਸਟਰੀ ਦੀਆਂ ਦੋਵੇਂ ਨਕਲਾਂ, ਮੋਹਰਬੰਦ ਨਕਲ ਅਤੇ ਜਿਸ ਉੱਤੇ ਸਭ ਸ਼ਰਤਾਂ ਲਿਖੀਆਂ ਹੋਈਆਂ ਸਨ ਅਤੇ ਖੁੱਲੀ ਨਕਲ ਲਈ ਅਤੇ ਮਹੇਸ਼ਿਆ ਦੇ ਪੋਤੇ ਅਤੇ ਨੇਰੀਆ ਦੇ ਪੁੱਤਰ ਬਾਰੂਕ ਨੂੰ ਦੇ ਦਿੱਤੀਆਂ। ਇਹ ਕੰਮ ਮੈਂ ਆਪਣੇ ਭਰਾ ਹਨਮੇਲ ਦੇ ਅਤੇ ਉਹਨਾਂ ਦੇ ਗਵਾਹਾਂ ਦੇ ਸਾਹਮਣੇ, ਜਿਨ੍ਹਾਂ ਰਜਿਸਟਰੀ ਉੱਤੇ ਦਸਤਖਤ ਕੀਤੇ ਸਨ, ਅਤੇ ਬਾਕੀ ਦੇ ਵਿਹੜੇ ਵਿੱਚ ਬੈਠੇ ਆਦਮੀਆਂ ਦੇ ਸਾਹਮਣੇ ਕੀਤਾ। ਸਭ ਦੇ ਸਾਹਮਣੇ ਮੈਂ ਬਾਰੂਕ ਨੂੰ ਕਿਹਾ, ਇਸਰਾਏਲ ਦਾ ਪਰਮੇਸ਼ਰ ਸਰਵ ਸ਼ਕਤੀਮਾਨ ਪ੍ਰਭੂ ਨੇ ਤੈਨੂੰ ਆਗਿਆ ਦਿੱਤੀ ਹੈ ਕਿ ਤੂੰ ਇਸ ਰਜਿਸਟਰੀ ਦੀਆਂ ਦੋਵੇਂ ਨਕਲਾਂ, ਬੰਦ ਅਤੇ ਖੁੱਲੀ ਨਕਲ, ਲੈ ਕੇ ਮਿੱਟੀ ਦੇ ਭਾਂਡੇ ਵਿੱਚ ਰੱਖ ਦੇ, ਜਿੱਥੇ ਇਹ ਇੱਕ ਲੰਮੇ ਸਮੇਂ ਤੱਕ ਰਹਿ ਸਕਣ। ਪ੍ਰਭੂ ਨੇ ਕਿਹਾ ਹੈ ਕਿ ਇਸ ਧਰਤੀ ਦੇ ਘਰ, ਖੇਤ ਅਤੇ ਅੰਗੂਰੀ ਬਗੀਚੇ ਫਿਰ ਦੁਬਾਰਾ ਮੁੱਲ ਲਏ ਜਾਣਗੇ। ਆਮੀਨ। ਆਮੀਨ। ਤੋ ਹੁਣ ਬਾਬਲ ਦਾ ਰਾਜਾ ਉਧਰੋਂ ਤੁਰ ਪਿਆ। ਉਹ ਆਪਣੀ ਸੈਨਾ ਲੈ ਕੇ ਉਸਨੇ ਮੁੜ ਕੇ ਚੜ੍ਹਾਈ ਕਰ ਦਿੱਤੀ ਹੈ ਔਰ ਇਹਨਾਂ ਨੂੰ ਪਤਾ ਲੱਗ ਗਿਆ। ਅਸੀਂ ਮੂਵੀ ਦੇ ਵਿੱਚ ਦੇਖਿਆ ਸੀਗਾ ਕਿ ਮੂਵੀ ਦੇ ਵਿੱਚ ਦੂਰ ਉਹਨਾਂ ਨੇ ਹਰੇਕ ਰਾਜਾ ਨੇ ਦੂਰ ਤੱਕ ਜਿੱਧਰੋਂ ਹਮਲਾ ਹੋਣ ਦਾ ਡਰ ਹੁੰਦਾ ਸੀ, ਉਹਨਾਂ ਨੇ ਆਪਣਾ ਇੱਕ ਸੂਈਆ ਬਿਠਾਇਆ ਹੁੰਦਾ ਸੀ। ਯਾਨੀ ਕਿ ਇਹਦੀ ਗੁੱਡ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ। ਇਹਦੀ ਗੁੱਡ ਐਗਜ਼ਾਮਪਲ ਇਹ ਆ ਕਿ ਮੰਨ ਲਓ ਕਿ ਈਰਾਨ ਦਾ ਜਿਹੜਾ ਰਾਜਾ ਆ ਉਹ ਬਹੁਤ ਮਜ਼ਬੂਤ ਹੁੰਦਾ ਜਾ ਰਿਹਾ ਔਰ ਸਾਰਿਆਂ ਨੂੰ ਡਰ ਆ ਕਿ ਉਹਨੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਔਰ ਹਿੰਦੁਸਤਾਨ ਦੇ ਜਿਹੜੇ ਰਾਜੇ ਨੂੰ ਇਸ ਚੀਜ਼ ਦਾ ਡਰ ਵੀ। ਸੋ ਉਹਨਾਂ ਨੇ ਇੱਕ ਅਫਗਾਨਿਸਤਾਨੀ ਬੰਦੇ ਨੂੰ ਉੱਥੇ ਉਸ ਰਾਜੇ ਦੇ ਜਿਹੜੀ ਅਫਗਾਨਿਸਤਾਨ ਤੇ ਈਰਾਨ, ਬਿਕੋਜ਼ ਉਹਨਾਂ ਦੋਨਾਂ ਦੀ ਬਾਰਡਰ ਲੱਗਦਾ, ਉਸ ਬਾਰਡਰ ਦੇ ਉੱਤੇ ਉਹਨਾਂ ਨੇ ਇੱਕ ਅਫਗਾਨੀ ਬੰਦੇ ਨੂੰ ਉੱਥੇ ਉਹਨਾਂ ਨੇ ਰੱਖਿਆ ਹੁੰਦਾ ਔਰ ਉਹ ਬੰਦੇ ਦੀ ਇਹੋ ਹੀ ਜੌਬ ਆ ਕਿ ਜਿਸਲੇ ਫੌਜ ਚੜ੍ਹਾਈ ਕਰੇ ਤਾਂ ਤੂੰ ਸਾਨੂੰ ਆ ਕੇ ਇਸ ਚੀਜ਼ ਦੀ ਖਬਰ ਦੇ। ਹੁਣ ਫੌਜ ਨੂੰ ਆਉਂਦਿਆਂ ਨੂੰ ਚਿਰ ਲੱਗਦਾ ਕਿਉਂਕਿ ਉਸ 'ਚ ਬੰਦੇ ਤੁਰ ਕੇ ਵੀ ਆ ਰਹੇ ਆ, ਉਹਦੇ 'ਚ ਘੋੜੇ ਵੀ ਆ ਰਹੇ, ਉਹਦੇ 'ਚ ਬੈਲ ਵੀ ਆ ਰਹੇ ਆ, ਉਹਦੇ ਵਿੱਚ ਹਰ ਤਰ੍ਹਾਂ ਦੀ ਚੀਜ਼ ਆ ਰਹੀ। ਸੋ ਉਸ ਬੰਦੇ ਦੀ ਜੌਬ ਆ ਕਿ ਉਹਨੇ ਉਸੇ ਵੇਲੇ ਘੋੜੇ ਤੇ ਆ ਕੇ ਰਾਜੇ ਨੂੰ ਦੱਸਣਾ ਔਰ ਉਹਨੇ ਕਹਿਣਾ ਕਿ ਕਿੰਨੀ ਕੁ ਦੂਰ ਤੇਰੇ ਹਿਸਾਬ ਦੇ ਨਾਲ ਫੌਜ। ਸੋ ਉਹਨੂੰ ਪਤਾ ਕਿ ਇੱਕ ਦਿਨ ਦੇ ਵਿੱਚ ਜਿਹੜੀ ਫੌਜ ਆ ਉਹ 7 ਜਾਂ 8 ਕਿਲੋਮੀਟਰ ਜਿਹੜਾ ਫਾਸਲਾ ਜਾਂ 20 ਕਿਲੋਮੀਟਰ ਫਾਸਲਾ ਤੈਅ ਕਰ ਸਕਦੀ।
ਸੋ 200 ਮੀਲ ਦੂਰ ਆ। ਸੋ ਉਹਨੇ ਕਹਿਣਾ ਕਿ ਹਾਲੇ ਤੁਹਾਡੇ ਤੋਂ 2 ਮਹੀਨੇ ਦੂਰ ਆ, ਤੁਸੀਂ ਤਿਆਰੀ ਕਰ ਲਓ, ਫੌਜ ਆ ਗਈ। ਅਸੀਂ ਮੂਵੀ ਦੇ ਵਿੱਚ ਵੀ ਦੇਖਿਆ, ਮੂਵੀ ਦੇ ਵਿੱਚ ਅਸੀਂ ਇਹ ਦੇਖਿਆ ਸੀਗਾ ਕਿ ਉਹ ਬੰਦਾ ਦੌੜ ਕੇ ਆ ਰਿਹਾ, ਉਹ ਸਾਰੇ ਇਜ਼ਰਾਈਲੀਆਂ ਨੂੰ ਦੱਸ ਰਿਹਾ ਕਿ ਨੈਬੂਕਦਨੇਜ਼ਰ ਆ ਰਿਹਾ, ਬਾਬਲ ਦੀ ਫੌਜ ਆ ਰਹੀ ਆ, ਬਾਬਲ ਦੀ ਫੌਜ ਆ ਰਹੀ ਆ, ਬਾਬਲ ਦੀ ਫੌਜ ਆ ਰਹੀ ਆ। ਔਰ ਜਿਸ ਲਈ ਉਹ ਰਾਜਾ ਦੇ ਕੋਲ ਆਇਆ ਤੇ ਰਾਜਾ ਨੇ ਪੁੱਛਿਆ ਕਿ ਕਿੰਨੀ ਦੂਰ ਆ, ਉਸਨੇ ਕਿਹਾ ਹਾਲੇ 5 ਦਿਨ ਦੂਰ ਆ। ਓਕੇ, ਹੁਣ ਉਹਨਾਂ ਨੇ ਜਰਮਾਇਆ ਨੂੰ, ਅਸੀਂ ਮੂਵੀ ਦੇ ਵਿੱਚ ਦੇਖਿਆ ਸੀ ਕਿ ਉਹਨਾਂ ਨੇ ਪਿੰਜਰੇ ਦੇ ਵਿੱਚ ਪਾ ਕੇ ਤਾਂ ਜਰਮਾਇਆ ਨੂੰ ਉੱਪਰ ਲਟਕਾ ਦਿੱਤਾ ਸੀ, ਔਰ ਉਸ ਨੂੰ, ਉਸਦੇ ਸੈਨਾਪਤੀ ਨੇ ਇਹ ਚੀਜ਼ ਕਹੀ ਸੀਗੀ, ਸ਼ਫਾਨ ਨੇ ਇਹ ਚੀਜ਼ ਕਹੀ ਸੀ ਕਿ ਤੂੰ ਮੂਰਖ। ਉਸਨੇ ਕਿਹਾ ਮੈਂ ਮੂਰਖ ਨਹੀਂ, ਤੁਸੀਂ ਸੰਧੀਆਂ ਕਰਦੇ ਪਏ ਆ, ਤੁਹਾਡੀਆਂ ਸੰਧੀਆਂ ਕਿਸੇ ਕੰਮ ਨਹੀਂ ਆਉਣੀਆਂ। ਤੁਸੀਂ ਸੰਧੀਆਂ ਕਰਦੇ ਪਏ ਮਿਸਰ ਦੇ ਨਾਲ ਕਿ ਜਿਸ ਵੇਲੇ ਬਾਬਲ ਨੇ ਹਮਲਾ ਕਰਨਾ ਤਾਂ ਮਿਸਰ ਆ ਕੇ ਤੁਹਾਨੂੰ ਬਚਾਏਗਾ, ਮਿਸਰ ਨੇ ਤੁਹਾਨੂੰ ਨਹੀਂ ਬਚਾਉਣਾ, ਤੁਸੀਂ ਮਾਰੇ ਜਾਣਾ ਔਰ ਤੂੰ ਵੀ ਮਾਰਿਆ ਜਾ, ਪ੍ਰਭੂ ਨੇ ਮੈਨੂੰ ਕਿਹਾ। ਸੋ ਤੁਸੀਂ ਦਰਵਾਜ਼ੇ ਖੋਲ ਦਿਓ ਔਰ ਤੁਸੀਂ ਨੈਬੂਕਦਨੇਜ਼ਰ ਨੂੰ ਅੰਦਰ ਆਉਣ ਦਿਓ, ਔਰ ਪ੍ਰਭੂ ਨੇ ਕਿਹਾ ਕਿ ਮੈਂ ਦਇਆ ਵਾਲਾ। ਪਰ ਤੁਹਾਨੂੰ ਇਹ ਚੀਜ਼ ਹੋਣੀ ਚਾਹੀਦੀ ਕਿ ਪ੍ਰਭੂ ਚੰਗੀਆਂ ਚੰਗੀਆਂ ਜਿਹੜੀਆਂ ਅਜੀਰਾਂ ਆ ਉਹਨਾਂ ਨੂੰ ਆਲਰੇਡੀ ਲੈ ਗਿਆ, ਉਹ ਟੋਕਰੀ ਉਹ ਲੈ ਗਿਆ ਭਰ ਕੇ, ਔਰ ਜਿਹੜੀਆਂ ਪਿੱਛੇ ਬਚੀਆਂ ਪ੍ਰਭੂ ਨੇ ਉਹਨਾਂ ਨੂੰ ਸੜੀਆਂ ਹੋਈਆਂ ਅਜੀਰਾਂ ਕਹੀਆਂ। ਔਰ ਜੇ ਉਹਨਾਂ ਦੇ ਵਿੱਚ ਚੰਗੀਆਂ ਅਜੀਰਾਂ ਹੈ ਵੀ, ਔਰ ਜਿੱਦਾਂ ਕਿ ਅਸੀਂ ਬਾਰੂਕ ਦਾ ਨਾਂ ਪੜ੍ਹਿਆ, ਜਿਸ ਤਰ੍ਹਾਂ ਇਹ ਸਾਡੇ ਕੋਲ 39 ਕਿਤਾਬਾਂ ਆ, ਔਰ ਇੱਕ ਬਾਈਬਲ ਹੋਰ ਵੀ ਹੈਗੀ ਆ ਜਿਸ ਨੂੰ ਮੋਸਟਲੀ ਰੋਮਨ ਕੈਥੋਲਿਕ ਯੂਜ਼ ਕਰਦੇ ਆ, ਔਰ ਉਸ ਦੇ ਵਿੱਚ ਜਿਹੜਾ ਕਿ ਜਿਹੜਾ ਵੱਡਾ ਦ੍ਰਿਸ਼ਟਾਂਤ ਜਿਸ ਨੂੰ ਅਪੋਇਓਗ੍ਰਾਫਾ ਕਿਹਾ ਜਾਂਦਾ, ਫਿਰ ਸੂਡੋ ਅਪੋਇਓਗ੍ਰਾਫਾ ਕਿਹਾ ਜਾਂਦਾ, ਉਹ 2 ਜਿਹੜੇ ਹਿੱਸੇ ਆ ਉਸ ਦੇ ਵਿੱਚ ਐਡ ਕੀਤੇ। ਉਹਨਾਂ ਵਿੱਚ ਥੋੜੇ ਜਿਹੇ ਹਿੱਸੇ ਅਸੀਂ ਪੜਾਂਗੇ ਪਰ ਜ਼ਿਆਦਾ ਨਹੀਂ, ਕਿਉਂਕਿ ਉਹ ਬਾਈਬਲ ਦੇ ਵਿੱਚ ਉਹ ਚੀਜ਼ਾਂ ਐਕਸੈਪਟ ਨਹੀਂ ਕੀਤੀਆਂ ਗਈਆਂ। ਸਿਰਫ ਹਿਸਟਰੀ ਜਾਣਨ ਦੇ ਲਈ ਕਿ 400 ਸਾਲ ਜਿਹੜੇ ਸਾਇਲੈਂਟ ਸੀਗੇ ਉਸ ਦੇ ਵਿੱਚ ਕੀ ਹੋਇਆ ਸੀ, ਜੇ ਪ੍ਰਭੂ ਨੇ ਇੱਥੇ ਕਿਹਾ ਕਿ ਮੈਂ ਤੁਹਾਨੂੰ ਵਾਪਸ ਲੈ ਕੇ ਆਉਂਗਾ, ਤੁਹਾਡੇ ਆਪਣੇ ਵਿੱਚੋਂ ਮੈਂ ਤੁਹਾਨੂੰ ਰਾਜਾ ਦਊਂਗਾ। ਸੋ ਉਹਨਾਂ ਹਾਸ਼ਮੇਨੀਅਨ ਜਿਹੜੇ ਰਾਜੇ ਹੋਏ ਆ 100 ਸਾਲ ਜਿਹੜੇ ਇਹਨਾਂ ਦੇ ਵਿੱਚ ਹੋਏ, ਉਹਨਾਂ ਨੂੰ ਜਾਣਨ ਦੇ ਲਈ ਸਾਨੂੰ ਅਪੋਇਓਗ੍ਰਾਫਾ ਦੀਆਂ ਥੋੜੇ ਜਿਹੇ ਹਿੱਸੇ ਸਾਨੂੰ ਪੜ੍ਹਨੇ ਪੈਣੇ। ਸੋ ਉਹਨਾਂ ਨੂੰ ਅਸੀਂ ਪੜਾਂਗੇ, ਪਰ ਜ਼ਿਆਦਾ ਅਸੀਂ ਉਹਦੇ ਵਿੱਚ ਬਹੁਤਾ ਧਿਆਨ ਨਹੀਂ ਦੇਵਾਂਗੇ, ਸਿਰਫ ਹਿਸਟਰੀ ਨੂੰ ਜਾਣਨ ਦੇ ਲਈ। ਲੇਕਿਨ ਜੋ ਅਸੀਂ ਇਹ ਦੇਖਦੇ ਪਏ ਕਿ ਇੱਕ ਮਹਾਮੂਰਖ ਇਨਸਾਨ ਹੋਏਗਾ ਜਿਹੜਾ ਇਸ ਸਮੇਂ ਜ਼ਮੀਨ ਲੈ, ਖੇਤ ਮੁੱਲ ਲੈ, ਜਿਹੜਾ ਕਿ ਉਸ ਦਾ ਨਹੀਂ ਹੋਵੇਗਾ, ਕਿਉਂਕਿ ਉਸ ਤੇ ਕਬਜ਼ਾ ਕਿਸੇ ਹੋਰ ਦੇਸ਼ ਦਾ ਹੋਣ ਜਾ ਰਿਹਾ, ਉਸ ਤੇ ਕਬਜ਼ਾ ਬਾਬਲ ਦਾ ਹੋਣ ਜਾ ਰਿਹਾ। ਔਰ ਜਿਹੜਾ ਆ ਰਿਹਾ ਉਹਦੇ ਕੋਲ ਆਪਣਾ ਖੇਤ ਵੇਚ ਰਿਹਾ, ਉਸ ਦਾ ਮਤਲਬ ਇਹ ਹੈ ਕਿ ਉਸ ਨੂੰ ਵੀ ਪਤਾ ਕਿ ਬਾਬਲ ਦਾ ਰਾਜਾ ਆ ਰਿਹਾ, ਔਰ ਉਸ ਨੂੰ ਪ੍ਰਭੂ ਦੇ ਦਿੱਤੇ ਹੋਏ ਵਾਅਦਿਆਂ ਦੀ ਕੋਈ ਪਰਵਾਹ ਨਹੀਂ, ਔਰ ਵਾਅਦੇ ਦੀ ਦਿੱਤੀ ਹੋਈ ਧਰਤੀ ਦੀ ਕੋਈ ਪਰਵਾਹ ਨਹੀਂ। ਉਹ ਉਸ ਨੂੰ ਵੇਚ ਕੇ ਤਾਂ ਮਿਸਰ ਨੂੰ ਦੌੜਨਾ ਮੰਗਦਾ। ਸੋ ਅਗਰ ਅਸੀਂ ਪਿਕਚਰ ਨੂੰ ਦੇਖੀਏ ਤਾਂ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣੀ ਮੰਗਦਾ ਉਹ ਇਹ ਹੈ। ਲੈਟ ਮੀ ਗੋ ਬੈਕ, ਨਿਓ ਬੈਬੀਲੋਨੀਅਨ ਐਮਪਾਇਰ। ਓਕੇ, ਸੋ ਅਗਰ ਅਸੀਂ ਦੇਖੀਏ ਤਾਂ ਆਹ ਜਿਹੜਾ ਉਸ ਸਮੇਂ ਦੇ ਵਿੱਚ ਜਿਹੜਾ ਅੱਜ ਵੀ ਆਹ ਗਾਜ਼ਾ ਦੀ ਪੱਟੀ ਆ, ਆਹ ਜਿਹੜੀ ਪੱਟੀ ਨੂੰ ਅਸੀਂ ਦੇਖਦੇ ਪਏ ਨਾ, ਆਹ ਗਾਜ਼ਾ ਦੀ ਪੱਟੀ ਆ ਜਿੱਥੇ ਸਾਰੀਆਂ ਚੀਜ਼ਾਂ ਅੱਜ ਹੋ ਰਹੀਆਂ। ਸੋ ਲੈਟ ਮੀ ਗੋ, ਆਹ ਜਿਹੜਾ ਇਲਾਕਾ ਇੱਥੇ ਹਰੇ ਜਿਹੇ ਰੰਗ ਦਾ ਆ, ਇਹ ਸਾਰਾ ਮਿਸਰ ਦਾ ਇਲਾਕਾ। ਸੋ ਆਹ ਜਰੂਸਲਮ ਔਰ ਜੈਰੀਕੋ। ਜਿਹੜਾ ਉਸਦਾ ਚਾਚੇ ਦਾ ਜਿਹੜਾ ਮੁੰਡਾ ਆ ਉਹ ਆਇਆ, ਉਹ ਆਪਣਾ ਖੇਤ ਵੇਚ ਕੇ ਜੋ ਵੀ 17 ਚਾਂਦੀ ਦੇ ਸਿੱਕੇ ਲੈ ਕੇ ਇੱਧਰ ਨੂੰ ਦੌੜਨਾ ਮੰਗਦਾ, ਕਿਉਂਕਿ ਅਗਰ ਅਸੀਂ ਦੇਖੀਏ ਤਾਂ ਇਧਰਲੇ ਪਾਸਿਓਂ ਅਗਰ ਛੋਟੀ ਪਿਕਚਰ ਦੇਖੀਏ ਤਾਂ ਆ ਬੈਬੀਲੋਨ,
ਆ ਮਿਸਰ ਦਾ ਇਲਾਕਾ, ਔਰ ਅੱਜ ਵੀ ਮਿਸਰ ਇੱਥੇ ਹੀ ਆ ਮਿਸਰ ਦਾ ਇਲਾਕਾ, ਆ ਬੈਬੀਲੋਨ ਦਾ ਇਲਾਕਾ। ਇਧਰਲੇ ਪਾਸਿਓਂ ਨੈਬੂਕਦਨੇਜ਼ਰ ਤੁਰ ਚੁੱਕਾ। ਸੋ ਨੈਬੂਕਦਨੇਜ਼ਰ ਇਧਰਲੇ ਪਾਸਿਓਂ ਆ ਰਿਹਾ, ਔਰ ਇੱਥੋਂ ਬੈਬੀਲੋਨ ਤੋਂ ਆ ਰਿਹਾ, ਔਰ ਜਿਹੜਾ ਉਸਦਾ ਚਾਚਾ ਹੈ, ਜਿਹੜਾ ਉਸ ਤੋਂ ਜ਼ਮੀਨ ਵੇਚਣ ਦੇ ਲਈ ਆਇਆ, ਉਹ ਆਪਣੀ ਜ਼ਮੀਨ ਵੇਚ ਕੇ ਤਾਂ ਉਹ ਇੱਧਰ ਮਿਸਰ ਨੂੰ ਦੌੜਨਾ ਮੰਗਦਾ, ਉਹ ਮਿਸਰ ਦੇ ਇਲਾਕੇ ਨੂੰ ਦੌੜਨਾ ਮੰਗਦਾ। ਸੋ ਇੱਥੋਂ ਜਰੂਸਲਮ ਤੋਂ ਜ਼ਮੀਨ ਵੇਚ ਕੇ ਉਹ ਮਿਸਰ ਨੂੰ ਦੌੜਨਾ ਮੰਗਦਾ, ਉਹ ਮਿਸਰ ਦੇ ਵਿੱਚ ਜਾ ਕੇ ਦੁਆਰਾ ਬਸਣਾ ਮੰਗਦਾ, ਕਿਉਂਕਿ ਇਸ ਇਲਾਕੇ ਦੇ ਵਿੱਚੋਂ ਆ ਜਿਹੜਾ ਇਲਾਕਾ ਇੱਥੇ ਆ, ਜਿਹੜੀ ਤਕੋਨ ਜੀ ਤੁਹਾਨੂੰ ਦਿਸਦੀ ਪਈ ਆ, ਇਸ ਤਕੋਨ ਦੇ ਇਲਾਕੇ ਦੇ ਵਿੱਚੋਂ ਪ੍ਰਭੂ ਆਪਣੇ ਲੋਕਾਂ ਨੂੰ ਕੱਢ ਕੇ ਲੈ ਕੇ ਆਇਆ ਸੀ। ਇਸ ਇਲਾਕੇ ਦੇ ਵਿੱਚੋਂ ਕੱਢ ਕੇ ਪ੍ਰਭੂ ਨੇ ਲਿਆ ਕੇ ਆਪਣੇ ਲੋਕਾਂ ਨੂੰ ਜਰੂਸਲਮ ਦੇ ਇਸ ਇਲਾਕੇ ਦੇ ਵਿੱਚ ਵਸਾਇਆ ਸੀ, ਔਰ ਉਹ ਵਾਪਸ ਉਸ ਧਰਤੀ ਨੂੰ ਦੌੜਨਾ ਮੰਗਦਾ, ਕਿਉਂਕਿ ਉਸ ਨੂੰ ਪਤਾ ਆ ਕਿ ਬੈਬੀਲੋਨ ਦਾ ਜਿਹੜਾ ਰਾਜਾ ਉਹ ਆ ਰਿਹਾ। That's what is happening. ਸੋ ਉਹ ਧਰਤੀ ਵੇਚਣਾ ਮੰਗਦਾ ਜਿਹੜੀ ਵਾਅਦੇ ਦੀ ਧਰਤੀ ਆ, ਜੋ ਅਬਰਾਹਮ ਨੂੰ ਵਾਅਦੇ 'ਚ ਮਿਲੀ ਸੀ, ਅਬਰਾਹਮ ਦੀ ਸੰਤਾਨ ਨੂੰ ਮਿਲੀ ਸੀ, ਔਰ ਗਾਂ ਜਾ ਕੇ ਯਾਕੂਬ ਦਾ ਨਾਮ ਪ੍ਰਭੂ ਨੇ ਇਜ਼ਰਾਈਲ ਰੱਖਿਆ ਸੀ, ਔਰ ਇਜ਼ਰਾਈਲ ਦੀ ਸੰਤਾਨ ਨੂੰ ਮਿਲੀ ਸੀ। ਉਹ ਉਸ ਨੂੰ ਵੇਚ ਕੇ ਉੱਥੋਂ ਦੌੜਨਾ ਮੰਗਦਾ। ਸੋ ਕੋਈ ਸਦਾਈ ਹੋਏਗਾ ਜਾਂ ਉਹ ਬੰਦਾ ਹੋਏਗਾ ਜਿਸ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਭਰੋਸਾ ਹੈ। ਸੋ ਪ੍ਰਭੂ ਜਰਮਾਇਆ ਦੇ ਰਾਹੀਂ ਇਹ ਦਿਖਾਉਂਦਾ ਪਿਆ ਕਿ ਜਿਹੜਾ ਆਉਣ ਵਾਲਾ ਭਵਿੱਖ ਆ ਤੁਹਾਡਾ, ਜਿਸ ਦਾ ਵਾਅਦਾ ਮੈਂ ਤੁਹਾਨੂੰ ਦਿੱਤਾ ਆ, ਮੇਰਾ ਨਬੀ ਜਿਹੜਾ ਉਸ ਸਮੇਂ ਨੂੰ ਦੇਖੇਗਾ ਵੀ ਨਹੀਂ, ਪਰ ਉਸ ਦੀ ਸੰਤਾਨ ਹੋਏਗੀ, ਉਹ ਆਪਣੀ ਸੰਤਾਨ ਦੇ ਲਈ ਖੇਤ ਖਰੀਦਦਾ ਪਿਆ, ਕਿਉਂਕਿ ਉਸਨੂੰ ਇਸ ਚੀਜ਼ ਦਾ ਭਰੋਸਾ ਆ ਕਿ ਪ੍ਰਭੂ ਜਿਸ ਨੇ ਇਹ ਵਾਅਦਾ ਦਿੱਤਾ ਕਿ ਹਾਂ ਹੁਣ ਬਾਬਲ ਦਾ ਰਾਜ ਆ, ਹਾਂ ਫਿਰ ਫਾਰਸ ਦਾ ਰਾਜ ਆਏਗਾ, ਔਰ ਫਿਰ ਪ੍ਰਭੂ ਸਾਨੂੰ ਦੁਆਰਾ ਲਿਆ ਕੇ ਇੱਥੇ ਵਸਾਏਗਾ, ਔਰ ਫਿਰ ਇਹ ਖੇਤ ਸਾਡੇ ਹੋਣਗੇ, ਔਰ ਮੇਰੀ ਸੰਤਾਨ ਇਸ ਨੂੰ ਵਾਹੇਗੀ। ਪਰ ਅੱਜ ਉਹ 17 ਚਾਂਦੀ ਦੇ ਸਿੱਕੇ ਜਿਹੜੇ ਆ ਉਸ ਦੇ ਲਈ ਬਹੁਤ ਵੱਡੇ ਆ। ਉਹ 17 ਚਾਂਦੀ ਦੇ ਜਿਹੜੇ ਸਿੱਕੇ ਉਸਨੇ ਤੋਲ ਕੇ ਦਿੱਤੇ ਆ, ਉਹ ਕੋਈ ਛੋਟੀ ਰਕਮ ਨਹੀਂ ਹੈ ਉਸ ਵੇਲੇ, ਕਿਉਂਕਿ ਉਹ 17 ਸਿੱਕੇ ਲੈ ਕੇ ਜਰਮਾਇਆ ਵੀ ਉੱਥੋਂ ਦੌੜ ਸਕਦਾ, ਔਰ ਜਾ ਕੇ ਉਹ ਇਜਿਪਟ 'ਚ ਬਸ ਸਕਦਾ। ਲੇਕਿਨ ਨਹੀਂ, ਪ੍ਰਭੂ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਵੇਚਣੀ ਮੰਗਦਾ। ਉਸਨੇ ਤੇਰੇ ਕੋਲ ਆਉਣਾ, ਉਸਨੇ ਤੈਨੂੰ ਕਹਿਣਾ ਕਿ ਮੈਂ ਆਪਣੀ ਜ਼ਮੀਨ ਵੇਚਣੀ ਮੰਗਦਾ, ਤੂੰ ਉਸ ਤੋਂ ਖਰੀਦ ਲੈ। ਸੋ ਦੇਖੋ, ਆਪ ਉਹ ਜੇਲ੍ਹ ਦੇ ਵਿੱਚ, ਸੋ ਉਹ ਆਇਆ, ਜੇਲ੍ਹ ਦੇ ਵਿੱਚ ਆਇਆ, ਔਰ ਉਸਨੇ ਦੱਸਿਆ ਕਿ ਮੈਂ ਜੇਲ੍ਹ ਦੇ ਵਿੱਚ ਕਿਉਂ, ਮੈਂ ਜੇਲ੍ਹ ਦੇ ਵਿੱਚ ਇਸ ਕਰਕੇ ਆ ਕਿਉਂਕਿ ਮੈਂ ਸਿਦਕਿਆ ਨੂੰ ਦੱਸਿਆ ਸੀ ਕਿ ਤੂੰ ਆਪਣੇ ਆਪ ਨੂੰ ਰਾਜ ਨਬੂਕਦਨਸਰ ਦੇ ਹੱਥੀਂ ਦੇ ਦੇ, ਤੇ ਉਸਨੇ ਕਿਹਾ ਕਿ ਨਹੀਂ, ਤੂੰ ਦੇਸ਼ ਦਰੋਹੀ, ਤੂੰ ਇਹ ਚੀਜ਼ ਕਹਿ ਰਿਹਾ। ਸੋ ਉਸਨੇ ਮੈਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ। ਲੇਕਿਨ ਪ੍ਰਭੂ ਨੇ ਮੈਨੂੰ ਕਿਹਾ ਕਿ ਤੇਰਾ, ਕਿ ਉਹਨੂੰ ਹੁਣ ਜੇਲ੍ਹ ਦੇ ਵਿੱਚੋਂ ਨਿਕਲਣ ਦੀ ਹੋਣਾ ਚਾਹੀਦਾ ਕਿ ਉਹਨੂੰ ਜ਼ਮੀਨਾਂ ਖਰੀਦਣ ਦਾ ਹੋਣਾ ਚਾਹੀਦਾ। ਦੇਖਣ ਵਾਲੀ ਗੱਲ, ਬੜੀ ਮੂਰਖਤਾ ਵਾਲੀ ਚੀਜ਼ ਹੈ ਇਹ ਜੋ ਕਰਦਾ ਪਿਆ। ਆਮ ਇਨਸਾਨ ਦੇ ਲਈ ਬੜੀ ਮੂਰਖਤਾ ਵਾਲੀ ਗੱਲ ਹੈ ਕਿ ਇਹ ਕੀ ਕਰਦਾ ਪਿਆ। ਉਹ ਈਵਨ ਜਿਹੜੇ ਉੱਥੇ ਉਹ ਸਾਈਨ ਕਰਦੇ ਹੋਣਗੇ, ਜਿਹੜੇ ਗਵਾਹੀ ਭਰਦੇ ਹੋਣਗੇ, ਉਹ ਵੀ ਹੱਸਦੇ ਹੋਣਗੇ ਜਰਮਾਇਆ ਦੇ ਉੱਤੇ, ਹਾਂ ਤੂੰ ਕਰਦਾ ਪਿਆ। ਬਾਬਲ ਦੇ ਰਾਜੇ ਨੇ ਹਮਲਾ ਕਰ ਦਿੱਤਾ ਆ, ਉਹ ਆ ਰਿਹਾ, ਉਸਦੀ ਸੈਨਾ ਆ ਰਹੀ ਆ, ਅਸੀਂ ਜੀਣਾ ਕਿ ਮਰਨਾ, ਤੂੰ ਜੀਣਾ ਕਿ ਮਰਨਾ ਕਿਸੇ ਨੂੰ ਕੀ ਪਤਾ, ਔਰ ਤੂੰ ਜ਼ਮੀਨਾਂ ਖਰੀਦਦਾ ਪਿਆ। ਇਹ ਰਜਿਸਟਰੀ ਅੱਗ 'ਚ ਸੜ ਜਾਣੀ ਆ ਜਾਂ ਇਹ ਕੀ ਹੋ ਜਾਣਾ, ਤੈਨੂੰ ਕੀ ਪਤਾ ਇਹਦੇ ਬਾਰੇ। ਤੇਰੇ ਆ ਲੋਕਾਂ ਨੇ ਵਾਪਸ ਇੱਥੇ ਆਉਣਾ ਕਿ ਨਹੀਂ ਆਉਣਾ, ਜਰਮਾਇਆ ਦਾ ਵਿਆਹ ਵੀ ਨਹੀਂ ਹੋਇਆ ਸੀ, ਤੂੰ ਕਿਹਦੇ ਲਈ ਇਹ ਖਰੀਦਦਾ ਪਿਆ। You see that?
ਲੇਕਿਨ ਨਹੀਂ, ਜਰਮਾਇਆ ਉਹਨਾਂ ਨੂੰ ਇਹ ਦਿਖਾ ਰਿਹਾ ਕਿ ਜੋ ਮੈਂ ਕਹਿ ਰਿਹਾ ਔਰ ਜੋ ਪ੍ਰਭੂ ਨੇ ਆਉਣ ਵਾਲੇ ਭਵਿੱਖ ਦਾ ਭਰੋਸਾ ਤੁਹਾਨੂੰ ਦਿੱਤਾ, ਔਰ ਜੋ ਪ੍ਰਭੂ ਨੇ ਕਿਹਾ ਕਿ 70 ਸਾਲ ਮੀਨਸ 70 ਸਾਲ, ਉਸਨੇ ਕਿਹਾ 70 ਸਾਲ ਬਾਅਦ ਮੈਂ ਤੁਹਾਨੂੰ ਬਸਾਉਂਗਾ। ਬਾਬਲ ਦਾ ਰਾਜਾ, ਬਾਬਲ ਦਾ ਰਾਜ ਜਿੰਨਾ ਮਰਜੀ ਸਟਰੋਂਗ ਕਿਉਂ ਨਾ ਹੋਵੇ, ਮੈਂ ਇਸ ਦੀਆਂ ਬੇੜੀਆਂ ਤੋੜ ਦਊਂਗਾ, ਮੈਂ ਇਹਨਾਂ ਨੂੰ ਤੋੜ ਦਊਂਗਾ। ਉਧਰ ਬਾਬਲ ਦੇ ਰਾਜੇ ਨੇ ਦਾਨੀਅਲ ਦੇ ਰਾਹੀਂ ਉਸ ਨੂੰ ਦੱਸ ਦਿੱਤਾ ਕਿ ਭਾਈ ਤੇਰੇ 70 ਸਾਲ ਹੀ ਆ, ਤੂੰ ਸੋਨੇ ਦਾ ਸਿਰ ਆ, ਜਿਹੜਾ ਛਾਤੀ ਚਾਂਦੀ ਦੀ ਉਹ ਕੋਈ ਹੋਰ ਆ, ਤੂੰ ਨਹੀਂਗਾ। ਬੇਸ਼ੱਕ ਤੂੰ ਭਾਵੇਂ ਸਾਰਾ ਸੋਨੇ ਦਾ ਬੁੱਤ ਬਣਾ ਕੇ ਪੂਜਾ ਕਰਵਾਈ ਜਾ, ਤੂੰ ਨਹੀਂ ਰਹੇਗਾ। ਉਹ ਬੇਸਿਕਲੀ ਉਸਨੇ ਉਪਾਅ ਕਰਵਾਇਆ ਸੀ। ਉਪਾਅ ਨਹੀਂ ਆਪਣੇ ਕਰਾਉਂਦੇ ਹੁੰਦੇ ਕਿ ਉਪਾਅ ਕਰਾਓ ਜੀ, ਇਹਦਾ ਕੋਈ ਤੁਹਾਡੇ ਤੇ ਟੂਣਾ ਹੋਇਆ, ਇਹਦਾ ਕੋਈ ਉਪਾਅ ਕਰਾਓ। ਸੋ ਉਹ ਉਹਨੇ ਜਿਸ ਲਈ ਸਾਰਾ ਸੋਨੇ ਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਬੁੱਤ ਬਣਾਇਆ ਸੀਗਾ, ਤਾਂ ਉਸਨੇ ਉਹ ਉਪਾਅ ਕੀਤਾ ਸੀ ਇੱਕ ਤਰ੍ਹਾਂ ਦਾ ਕਿ ਮੇਰਾ ਹੀ ਰਾਜ ਔਰ ਮੇਰੀ ਸੰਤਾਨ ਦਾ ਹੀ ਰਾਜ ਰਹੇਗਾ ਹਮੇਸ਼ਾ ਤੱਕ। ਔਰ ਜਿਸ ਲਈ ਸਾਰੇ ਇਸ ਦੇ ਮੂਹਰੇ ਝੁਕਣਗੇ ਤਾਂ ਉਹਦਾ ਮਤਲਬ ਇਹ ਹੈ ਕਿ ਮੈਂ ਸਾਰਿਆਂ ਨੂੰ ਝੁਕਾ ਲਿਆ। ਲੇਕਿਨ ਪ੍ਰਭੂ ਨੇ ਉੱਥੇ ਦਿਖਾਤਾ ਕਿ ਨਹੀਂ, ਤੂੰ ਸਾਰਿਆਂ ਨੂੰ ਨਹੀਂ ਝੁਕਾਇਆ। ਜੋ ਭਵਿੱਖਬਾਣੀ ਮੈਂ ਕੀਤੀ ਹੈ, ਮੇਰੀ ਭਵਿੱਖਬਾਣੀ ਉਹ ਇਸ ਦੇ ਅੱਗੇ ਨਹੀਂ ਝੁਕੀ। ਉਹਨਾਂ ਤਿੰਨਾਂ ਦੇ ਨਾਲ ਪ੍ਰਭੂ ਦੀ ਕੀਤੀ ਹੋਈ ਭਵਿੱਖਬਾਣੀ ਨਹੀਂ ਝੁਕੀ। ਸੋ ਪ੍ਰਭੂ ਨੇ ਕਿਹਾ, ਪ੍ਰਭੂ ਇਹ ਦੱਸਦਾ ਪਿਆ ਕਿ ਮੈਂ ਜਿਸ ਤਰ੍ਹਾਂ ਅਸੂਰੀਆਂ ਦੇ ਰਾਜ ਨੂੰ, ਔਰ ਜਿਸ ਵੇਲੇ ਹੈਜ਼ਕਾਇਆ ਦੇ ਸਮੇਂ ਦੇ ਵਿੱਚ ਉਹਨਾਂ ਦਾ ਰਾਜ ਟੁੱਟਣਾ ਸ਼ੁਰੂ ਹੋ ਗਿਆ, ਔਰ ਥੋੜਿਆਂ ਸਾਲਾਂ ਦੇ ਵਿੱਚ ਹੀ ਉਹਨਾਂ ਦਾ ਰਾਜ ਖਿੰਡਰ ਪੁੰਡਰ ਗਿਆ, ਔਰ ਬਾਬਲ ਦਾ ਰਾਜ ਵਧਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਬਾਬਲ ਦਾ ਰਾਜ ਵੀ ਹੋ ਗਿਆ। ਔਰ ਤੁਸੀਂ ਜਿੱਥੇ ਜਿੱਥੇ ਤੱਕ ਤੁਹਾਨੂੰ ਬਾਬਲ ਨੇ ਖਿਲਾਰਿਆ, ਔਰ ਜਿੱਥੇ ਜਿੱਥੇ ਤੱਕ ਤੁਹਾਨੂੰ ਅਸੂਰੀਆਂ ਨੇ ਖਿਲਾਰਿਆ, ਤੁਹਾਨੂੰ ਮੈਂ ਵਾਪਸ ਤੁਹਾਡੇ ਆਪਣੇ ਦੇਸ਼ ਦੇ ਵਿੱਚ ਲੈ ਕੇ ਆਉਂਗਾ, ਔਰ ਮੈਂ ਵਾਪਸ ਲਿਆ ਕੇ ਤੁਹਾਨੂੰ ਬਸਾਉਂਗਾ। ਔਰ ਇਸ ਚੀਜ਼ ਦੀ ਜਿਹੜੀ ਗਰੰਟੀ ਆ ਉਹ ਜਰਮਾਇਆ ਦੇ ਰਿਹਾ ਕਿ ਮੈਂ ਜੋ ਕਹਿ ਰਿਹਾ ਇਹ ਪ੍ਰਭੂ ਦੀ ਗਰੰਟੀ ਹੈ, ਔਰ ਇਸ ਕਰਕੇ ਮੈਂ ਖੇਤ ਮੁੱਲ ਰਿਹਾ। ਔਰ ਉਸਦਾ ਆਪਣਾ ਜਿਹੜਾ ਟੱਬਰ ਦਾ ਬੰਦਾ ਆ, ਉਹ ਇਹ ਕਹਿ ਰਿਹਾ ਕਿ ਤੂੰ ਸਦਾਈ ਆ, ਮੈਂ ਤਾਂ ਆਪਣਾ ਖੇਤ ਵੇਚਣਾ ਹੀ ਵੇਚਣਾ, ਔਰ ਮੈਂ ਇਹਨੂੰ ਵੇਚ ਕੇ ਮੈਂ ਤਾਂ ਇੱਥੋਂ ਜਾਣਾ ਹੀ ਜਾਣਾ। ਤੂੰ ਲੈਣਾ ਤਾਂ ਲੈ ਲਾ, ਫਿਰ ਤੂੰ ਪਹਿਲਾਂ ਆ, ਕੱਲ ਨੂੰ ਇਹ ਨਾ ਮੈਨੂੰ ਕੋਈ ਕਹੇ ਜੀ ਤੂੰ ਬਾਹਰਲੇ ਬੰਦੇ ਨੂੰ ਵੇਚਦਾ, ਤੇਰਾ ਹੱਕ ਬਣਦਾ। ਆ ਮੇਰੀ ਪ੍ਰਾਈਸ ਆ, ਜੇ ਤੂੰ ਦੇ ਸਕਦਾ ਤਾਂ ਲੈ ਲਾ, ਜੇ ਨਹੀਂ ਦੇ ਸਕਦਾ ਤਾਂ ਮੈਂ ਕਿਸੇ ਹੋਰ ਨੂੰ ਵੇਚਣ ਲੱਗਾ। ਮੈਂ ਤਾਂ ਵੇਚਣਾ ਹੀ ਵੇਚਣਾ, ਮੈਂ ਇੱਥੋਂ ਜਾਣਾ ਹੀ ਜਾਣਾ। ਸੋ ਇਹ ਚੀਜ਼ ਹੋ ਰਹੀ। ਸੋ ਉਸਨੇ ਕਿਹਾ ਕਿ ਠੀਕ ਆ, ਮੈਂ ਤੁਹਾਡੇ ਸਾਹਮਣੇ ਇਸ ਚੀਜ਼ ਦੀ ਛਾਤੀ ਦਿੰਨਾ ਕਿ ਹਾਂ, ਜੋ ਪ੍ਰਭੂ ਨੇ ਕਿਹਾ ਉਹ ਪੂਰਾ ਹੋਏਗਾ। ਬੇਸ਼ੱਕ ਬਾਬਲ ਦਾ ਰਾਜਾ ਆਪਣੀ ਸੈਨਾ ਲੈ ਕੇ ਆ ਰਿਹਾ, ਬੇਸ਼ੱਕ ਉਹ ਜੋ ਮਰਜ਼ੀ ਕਰ ਰਿਹਾ, ਬੇਸ਼ੱਕ ਉਹ ਹਰੇਕ ਚੀਜ਼ ਨੂੰ ਇੱਥੇ ਅੱਗ ਲਾ ਦੇਗਾ, ਇੱਥੇ ਝਾੜੀਆਂ ਕੰਡੇ ਉੱਗਣਗੇ, ਇੱਥੇ ਦੇ ਦਰਿਆ ਸਕਾ ਦੇਗਾ ਉਹ, ਪਰ ਉਹ ਹਮੇਸ਼ਾ ਤੱਕ ਨਹੀਂ ਰਹੇਗਾ, ਕਿਉਂਕਿ ਪ੍ਰਭੂ ਨੇ ਕਿਹਾ ਕਿ ਮੈਂ ਮੁੜ ਕੇ ਇਜ਼ਰਾਈਲ ਨੂੰ ਬਸਾਉਂਗਾ। ਸੋ ਜਿਸ ਲਈ ਅਸੀਂ ਉਸ ਨੂੰ ਖੇਤ ਲੈਂਦਾ ਦੇਖਦੇ ਪਏ ਹਾਂ, that's what we are seeing। ਸੋ ਜਰਮਾਇਆ ਨੇ ਉਹ ਖੇਤ ਮੁੱਲ ਲਿਆ, ਜਰਮਾਇਆ ਨੇ ਗਵਾਹ ਕੀਤੇ, ਔਰ ਉਸਨੇ ਉਹ ਜਿਹੜੀ ਰਜਿਸਟਰੀ ਜਿਹੜੀ ਇੱਕ ਬੰਦ ਹੁੰਦੀ ਸੀਗੀ ਉਹ ਔਰ ਇੱਕ ਖੁੱਲੀ ਹੁੰਦੀ ਸੀ ਜਿਸ ਨੂੰ ਕੋਈ ਵੀ ਪੜ੍ਹ ਸਕਦਾ, ਉਹ ਦੋਨੋਂ ਹੀ ਰਜਿਸਟਰੀਆਂ ਬਾਰੂਕ ਨੂੰ ਦਿੱਤੀਆਂ, ਔਰ ਬਾਰੂਕ ਨੂੰ ਉਸਨੇ ਕਿਹਾ ਕਿ ਇਹਨਾਂ ਨੂੰ ਘੜੇ ਦੇ ਵਿੱਚ ਪਾ ਕੇ ਤਾਂ ਇਹਨਾਂ ਨੂੰ ਰੱਖ ਦੇ, ਸਾਂਭ ਦੇ, ਕਿ ਜਦੋਂ ਜ਼ਰੂਰਤ ਪਵੇ ਤਾਂ ਇਹਨਾਂ ਨੂੰ ਦੇਖਿਆ ਜਾ ਸਕੇ, ਇਹਨਾਂ ਨੂੰ ਪੱਟਿਆ ਜਾ ਸਕੇ, ਔਰ ਉੱਥੋਂ ਲੋਕ ਜਾਣਨਗੇ ਕਿ ਮੈਂ ਇਹ ਖੇਤ ਜਿਹੜਾ ਖਰੀਦਿਆ ਗਿਆ ਇਹ ਜਰਮਾਇਆ ਦਾ ਖੇਤ ਆ। ਨੈਵਰ ਨੋ, ਸਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਪਈਆਂ, ਸ਼ਾਇਦ ਸਾਨੂੰ ਜਰਮਾਇਆ ਦੀ ਰਜਿਸਟਰੀ ਵੀ ਇੱਕ ਦਿਨ ਮਿਲ ਜਾਏ ਜਿਹੜੀ ਉਸਨੇ ਜ਼ਮੀਨ ਲਈ। Who knows? Who knows?
ਸੋ ਇਹ ਕਿੱਦਾਂ ਰੱਖਿਆ ਹੁੰਦਾ ਸੀਗਾ, ਕਿੱਦਾਂ ਇਹ ਚੀਜ਼ਾਂ ਲੁਕੋਈਆਂ ਹੁੰਦੀਆਂ ਸੀਗੀਆਂ, ਕਿੱਦਾਂ ਘੜੇ 'ਚ ਪਾ ਕੇ ਰੱਖਦੇ ਹੁੰਦੇ ਸੀਗੇ ਔਰ ਕਿੱਥੇ ਰੱਖਦੇ ਹੁੰਦੇ ਸੀ, ਮੈਂ ਤੁਹਾਨੂੰ ਟਿਊਜ਼ਡੇ ਨੂੰ ਇਹ ਸਾਰੀਆਂ ਚੀਜ਼ਾਂ ਦਿਖਾਊਂਗਾ। ਆਓ ਦੁਆ ਕਰੀਏ। ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਦਇਆ, ਤੇਰੇ ਰਹਿਮ ਦੇ ਲਈ, ਤੇਰੇ ਪਿਆਰ ਦੇ ਲਈ, ਸਮੇਂ ਦੇ ਲਈ। ਪ੍ਰਭੂ ਜੀ, ਮੇਰੇ ਭੈਣਾਂ ਭਰਾਵਾਂ ਨੂੰ ਬਰਕਤ ਦੇਈਂ। ਸੰਡੇ ਆ ਰਿਹਾ, ਖੁਦਾਵੰਦ ਤੇਰੇ ਘਰ ਜਾਣਗੇ ਔਰ ਖੁਦਾਵੰਦ ਉੱਥੇ ਤੂੰ ਆਪਣੀ ਰਹਿਮ ਔਰ ਆਪਣੀ ਦਇਆ ਦੇ ਨਾਲ ਆਪਣੇ ਬੱਚਿਆਂ ਨੂੰ ਸੰਭਾਲ। ਤੇਰੀ ਹਜ਼ੂਰੀ ਇਹਨਾਂ ਦੇ ਨਾਲ ਬਣੀ ਰਹੇ, ਤੇਰੀ ਦਇਆ ਇਹਨਾਂ ਦੇ ਨਾਲ ਬਣੀ ਰਹੇ, ਤੇਰਾ ਪਿਆਰ ਤੇਰੇ ਬੱਚਿਆਂ ਦੇ ਨਾਲ ਬਣੀ ਰਹੇ। ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ 'ਚ ਬਣਾ ਕੇ ਰੱਖੀ, ਸਾਡੇ ਨਾਲ ਔਰ ਸਾਡੇ ਬੱਚਿਆਂ ਦੇ ਨਾਲ ਬਣਿਆ ਰਹੇ, ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ, ਤੁਹਾਡੇ ਸਾਰਿਆਂ ਦੇ ਨਾਲ ਬਣਿਆ। See you on Tuesday.